मैं बहुत सारे परिवारों ਨੂੰ ਜਾ ਕੇ ਮਿਲਦਾ ਹੈਗਾ, बहुत सारे परिवार बोलण ਨੂੰ ਤਿਆਰ नहीं ਹੈਗੇ। मैं ਤੁਹਾਨੂੰ ਮਿਲਾਉਂਗਾ ਅੱਜ 4 ਮਈ 1991 ਨੂੰ ਸੁਮੇਧ ਸੈਣੀ ਵੱਲੋਂ ਸ਼ਹੀਦ ਕਰ ਦਿੱਤੇ ਗਏ ਪਰਿਵਾਰ ਦਾ ਦਾਵਾ ਕਿ ਸੁਮੇਧ ਸੈਣੀ ਵੱਲੋਂ 4 ਮਈ 1991 ਨੂੰ ਸ਼ਹੀਦ ਕਰ ਦਿੱਤੇ ਗਏ ਇਹ ਗੁਰਮੀਤ ਸਿੰਘ ਦਾ ਪਰਿਵਾਰ, ਗੁਰਮੀਤ ਸਿੰਘ ਦਾ ਭਰਾ ਉਹ ਸਾਡੇ ਨਾਲ ਨੇ। ਅੱਜ ਆਪਾਂ ਉਹਨਾਂ ਦੇ ਕੋਲੋਂ ਬਹੁਤ ਕੁਝ ਜਾਣਾਂਗੇ। घर तो चंडीगढ़ पुलिस ने मैनू चक के लै गई। कितनी उम्र सी तुहाडी उदों? मेरी 16 ਦੇ ਕੋਲ 16 ਤੋਂ ਥੋੜੀ ਬਹੁਤੀ ਵੱਧ ਹੋ ਸਕਦੀ ਹੈ ਜੀ। ਉਸ ਤੋਂ ਬਾਅਦ ਮੈਨੂੰ ਤਕਰੀਬਨ ਜੀ 10-11 ਦਿਨ ਦੇ ਗੇੜ ਉਸੇ ਇਹਨਾਂ ਨੇ ਰੱਖਿਆ CI ਬਿਨਾਂ ਗ੍ਰਿਫਤਾਰੀ ਪਾਏ ਕੋਰਟ 'ਚ ਪੇਸ਼ ਨਹੀਂ ਕੀਤਾ ਤੁਹਾਨੂੰ? ਨਹੀਂ ਜੀ, ਕੋਈ ਕਿਸੇ ਤਰ੍ਹਾਂ ਨਹੀਂ ਜੀ, ਕੋਈ ਪੇਸ਼ ਨਹੀਂ ਕਰਿਆ। 10ਵੇਂ 11ਵੇਂ ਦਿਨ ਜੀ ਸਮੇਧ ਸੈਣੀ ਆਇਆ। ਅੱਛਾ, CI ਹੈ ਸਮੇਧ ਸੈਣੀ ਦੇ ਤੁਸੀਂ ਰੂਬਰੂ ਹੋਏ? ਹਾਂਜੀ ਹਾਂਜੀ, ਮੈਂ ਉਹ ਅੱਗੇ ਦੱਸਣ ਲੱਗਿਆ। ਸਮੇਧ ਸੈਣੀ ਆਇਆ ਜੀ, ਇੱਕ ਵਾਰ ਸਾਰੇ ਹਲਚਲ ਜੀ ਮਚ ਗਈ ਤੇ ਜੀ ਥੋੜੇ ਟਾਈਮ ਬਾਅਦ ਬੰਦਾ ਆਇਆ, ਉਹਨੇ ਹਵਾਲਾਤ ਖੋਲ ਕੇ ਮੈਨੂੰ ਕਹਿੰਦਾ ਵੀ ਚੱਲ ਸਾਹਿਬ ਨੇ ਬੁਲਾਇਆ। ਅੰਦਰ ਇਹ ਬੈਠਾ ਸੀ ਸਮੇਧ ਸੈਣੀ ਤੇ ਇਹਦੀ ਅੱਜ ਵੀ ਮੈਨੂੰ ਸ਼ਕਲ ਯਾਦ ਹੈ ਤੇ ਨਾ ਮੈਂ ਜਾਂਦੇ ਉੱਥੇ ਤੱਕ ਭੁੱਲਦਾ ਇਹਦੀ ਸ਼ਕਲ। ਇਹਨੇ ਜਾਂਦੇ ਸਾਰ ਦੀ ਮੈਨੂੰ ਕਹਿੰਦਾ ਤੂੰ ਭਰਾ ਵਾ ਗੁਰਮੀਤ ਦਾ? ਮੈਂ ਕਿਹਾ ਜੀ ਹਾਂਜੀ। ਕਹਿੰਦਾ ਕੱਪੜੇ ਖੋਲ। ਉਹਨੇ ਜਦੇ ਕਹਿੰਦਾ ਤਾਂ ਸੁਣਿਆ ਨਹੀਂ, ਕੱਪੜੇ ਖੋਲ। ਮੈਂ ਜੀ ਖੋਲਣੇ ਸ਼ੁਰੂ ਕਰਤੇ ਜੀ, ਕੱਪੜੇ ਖੋਲਦੇ ਜੀ। ਕਸ਼ਹਿਰੇ ਤੇ ਜਾ ਕੇ ਮੈਂ ਖੜ ਗਿਆ। ਮੈਨੂੰ ਕਹਿੰਦਾ ਆਹ ਕੀ ਨਹੀਂ ਖੋਲਣਾ ਹੈ। ਉਸ ਤੋਂ ਬਾਅਦ ਇਹਨਾਂ ਨੇ ਮੇਰੀਆਂ ਪਿੱਛੇ ਐ ਬਾਹਾਂ ਮੰਨ ਲਈਆਂ, ਇੱਥੇ ਹੱਥ 'ਚ ਨਾ ਨੂੜ ਕੇ ਪਿੱਛੇ ਨੂੰ ਬਾਹਾਂ ਮੰਨ ਲਈਆਂ ਤੇ ਫਿਰ ਜੀ ਇਹਨਾਂ ਨੇ ਬੰਦੇ ਆਏ, ਮੈਨੂੰ ਐ ਸਿੱਧਾ ਬਿਠਾ ਲਿਆ। ਸਿੱਧਾ ਬਿਠਾ ਕੇ ਆਹ ਲੱਤਾਂ ਐ ਖਿੱਚਤੀਆਂ ਜੀ, ਚੱਡੇ ਪਾੜੇ ਤੇ ਪਿੱਛੇ ਇੱਕ ਨੇ ਪੈਰ ਜਿਹਾ ਪਾ ਲਿਆ, ਮਤਲਬ ਕਿਉਂਕਿ ਹੱਥਾਂ ਵਿੱਚ ਗੈਪ। ਹਾਂਜੀ, ਗੋਡਾ ਲਾ ਕੇ ਪੈਰ ਪਾ ਕੇ ਉੱਪਰ ਤੇ ਜੂੜਾ ਫੜ ਲਿਆ ਕਿ ਅੱਗੇ ਪਿੱਛੇ ਨਾ ਜਾਵੇ ਕਰਕੇ ਜੀ। ਮੇਰੇ ਉਦੋਂ ਇਹਨਾਂ ਨੇ ਕਰੀ ਜੀ, ਫਿਰ ਮੇਰੇ ਰੋਲਾ ਲਾਇਆ ਇਹਨਾਂ ਨੇ, ਉਹ ਮੇਰੀ ਕਰੀ ਹੈ। ਮਤਲਬ ਇੱਕ ਗੱਲ ਇਹ ਹੈ ਜੀ ਕਿ ਇੱਕ ਨਿਆਣਾ ਬਿਨਾਂ ਕਸੂਰ ਤੋਂ ਉਹਦੇ ਪਰ ਲਾਉਣ ਤੋਂ ਬਾਅਦ ਜੀ ਇਹਨਾਂ ਨੇ ਮੈਨੂੰ ਮੁੜ ਕੇ ਕੱਪੜੇ ਪਵਾਏ। ਉੱਥੇ ਕਹਿੰਦੇ ਵੀ ਕੱਪੜੇ ਪਾ। ਇਹਨੇ ਬੁਲਾ ਲਿਆ, ਟੇਬਲ ਦੇ ਉੱਪਰ ਐ ਬੈਠੀ, ਇਹਨੇ ਬੁਲਾ ਕੇ ਮੈਨੂੰ ਕਹਿੰਦਾ ਮੈਂ ਮਾਰਿਆ ਤੇਰਾ ਭਾਈ। ਕਹਿੰਦਾ ਤੈਨੂੰ ਸੁਣਿਆ ਨਹੀਂ? ਮੈਨੂੰ ਐ ਹੱਥ ਜਿਹਾ ਫੜ ਕੇ ਮੇਰਾ ਗੁੱਟ ਜਿਹਾ ਮੁੱਕਾ ਜਿਹਾ ਜਿਵੇਂ ਲਾਨੇ ਜੀ ਢਿੱਡ ਜਿਹੇ 'ਚ ਉਹਦੇ ਚਲਾ ਕੇ ਮੈਂ ਜੀ ਚੁੱਪ ਕਰਕੇ ਖੜਾ ਰਿਹਾ। ਕਹਿੰਦਾ ਗੱਲ ਸੁਣ ਲਾ ਮੈਨੂੰ ਕਹਿੰਦਾ ਗੱਲ ਸੁਣ ਲੈ ਮੇਰੀ। ਕਹਿੰਦਾ ਆਪਣੇ ਬੁੜੇ ਜਿਹੇ ਨੂੰ ਬਿਠਾ ਦੇ, ਕਹਿੰਦਾ ਟਿਕਾ ਕੇ। ਉਹ ਜਿਹੜਾ ਫਿਰੀ ਜਾਂਦਾ ਨਾ, ਕਹਿੰਦਾ ਕਦੇ ਕਿਤੇ ਵੜਦਾ ਕਦੇ ਕਿਤੇ ਐਪਲੀਕੇਸ਼ਨਾਂ ਜਿਹੀਆਂ ਚੱਕੀ ਫਿਰਦਾ ਏ। ਕਹਿੰਦਾ ਨਹੀਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਕਹਿੰਦਾ ਉਹੀ ਰਾਹ ਤੋਰੂੰਗਾ। ਜੇ ਉਹਨਾਂ ਨੂੰ ਕਿਸੇ ਕੇਸ 'ਚ ਲੜੀਂਦਾ ਸੀ, ਉਹ ਐਡਾ ਬੜਾ ਲੜੀਂਦਾ ਸੀ, ਫੜਦੇ ਉਹਨੂੰ, ਖਾਲੀ ਹੱਥ ਸੀ, ਖਬਰਾਂ ਦੱਸ ਰਹੀਆਂ, ਸਭ ਕੁਛ ਹੈ ਜੀ। ਤਾਂ ਕੋਈ ਇਹਨਾਂ ਨੂੰ ਲੱਗਦਾ ਸੀ ਜੇ ਕਿਸੇ ਕੇਸ ਦੀ ਕੋਈ ਇਹਨਾਂ ਨੂੰ ਕੋਈ ਹੈਗੀ ਹੈ ਤਾਂ ਇਹ ਫੜਦੇ ਕੋਰਟ 'ਚ ਲੈਂਦੇ। ਕਿਹੜੇ ਲਾਅ 'ਚ ਲਿਖਿਆ ਹੈ ਜੀ ਕਿ ਜਾਓ ਤੁਸੀਂ ਇੱਥੇ, ਹੁਣ ਅਸੀਂ ਬੈਠੇ ਹਾਂ ਜੀ ਇੱਥੇ, ਕੋਈ ਆਵੇ ਸਿੱਧਾ ਆਂਦੇ ਸਾਰ ਕੋਈ ਪੁੱਛੇ ਨਾ, ਗੱਲ ਨਹੀਂ ਪੁੱਛਣੀ, ਬਾਤ ਨਹੀਂ ਪੁੱਛਣੀ, ਠਾ ਕਰਕੇ ਗੋਲੀਆਂ ਤੁਸੀਂ ਮਾਰ ਕੇ ਤੁਸੀਂ ਆਪਦਾ। ਪੰਜਾਬ ਦਾ ਸਾਬਕਾ DGP ਸੁਮੇਧ ਸੈਣੀ, ਜਿਹਦਾ ਨਾਮ ਤੇ ਮਾਪਿਆਂ ਨੇ ਰੱਖਿਆ ਸੀਗਾ ਸੁਮੇਧ ਸਿੰਘ ਸੈਣੀ। ਸਿੰਘ ਲਫ਼ਜ਼ ਨਾਲ ਲੱਗਦਾ ਸੀਗਾ, ਪਰ ਅੱਜ ਜਦੋਂ ਵੀ ਸੁਮੇਧ ਸੈਣੀ ਬਾਰੇ ਗੱਲ ਹੁੰਦੀ ਹੈ ਤਾਂ ਸਿੰਘ ਲਫ਼ਜ਼ ਸਿੱਖ ਨਹੀਂ ਲਾਉਂਦੇ। ਪੰਥਕ ਸਫਾਂ ਦੇ ਵਿੱਚ ਸੁਮੇਧ ਸੈਣੀ ਹੀ ਆਖਿਆ ਜਾਂਦਾ। ਇਸ ਤੋਂ ਵੱਧ ਕੇ ਹੋਰ ਜ਼ਿਆਦਾ ਕੋਈ ਬੁੱਚੜ ਲਫ਼ਜ਼ ਵੀ ਬੋਲਦਾ ਹੈਗਾ, ਕੋਈ ਜ਼ਾਲਮ, ਕੋਈ ਹੱਤਿਆਰਾ, ਕੋਈ ਸਿੱਖਾਂ ਦਾ ਘਾਣ ਕਰਨ ਵਾਲਾ ਵੀ ਬੋਲਦਾ ਹੈਗਾ। ਸੁਮੇਧ ਸੈਣੀ ਦੇ ਨਾਲ ਇਹ ਸਾਰੇ ਲਕਬ ਐਵੇਂ ਨਹੀਂ ਲੱਗ ਗਏ। ਸੁਮੇਧ ਸੈਣੀ ਨੇ ਆਪਣੇ ਕਾਰਜਕਾਲ ਦੌਰਾਨ ਜਿਹੜੇ ਕੰਮ ਕੀਤੇ ਨੇ ਉਹਨਾਂ ਦੀ ਬਦੌਲਤ ਹੀ ਇਹ ਸਾਰਾ ਕੁਝ ਹੋ ਪਾਇਆ ਹੈਗਾ। ਸੁਮੇਧ ਸੈਣੀ ਦੇ ਜ਼ੁਲਮਾਂ ਦੀ ਦਾਸਤਾਨ ਬੜੀ ਲੰਮੀ ਹੈ। ਇੱਕ ਜਿਹੜਾ ਕੇਸ, ਜਿਹਦੇ ਕੇਸ ਦੇ ਵਿੱਚ ਸੁਮੇਧ ਸੈਣੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਭੱਜਿਆ ਰਿਹਾ, ਸੁਪਰੀਮ ਕੋਰਟ ਤੋਂ ਜਾ ਕੇ ਰਾਹਤ ਮਿਲਦੀ ਹੈ, ਗ੍ਰਿਫਤਾਰੀ ਤੇ ਰੋਕ ਲੱਗਦੀ ਹੈ। ਬਲਵੰਤ ਸਿੰਘ ਮੁਲਤਾਨੀ ਅਗਵਾ ਤੇ ਮਰਡਰ ਵਾਲਾ ਕੇਸ ਜਿਹੜਾ ਹੈਗਾ, ਕੱਲਾ ਇੱਕ ਹੀ ਕੇਸ ਨਹੀਂ ਹੈਗਾ। ਮੈਂ ਬਹੁਤ ਸਾਰੇ ਪਰਿਵਾਰਾਂ ਨੂੰ ਜਾ ਕੇ ਮਿਲਦਾ ਹੈਗਾ, ਬਹੁਤ ਸਾਰੇ ਪਰਿਵਾਰ ਬੋਲਣ ਨੂੰ ਤਿਆਰ ਨਹੀਂ ਹੈਗੇ, ਪਰ ਬੜੇ ਲੋਕ ਇੱਦਾਂ ਦੇ ਹੈਗੇ ਨੇ ਜਿਹੜੇ ਸੁਮੇਧ ਸੈਣੀ ਦੇ ਜ਼ੁਲਮਾਂ ਦੇ ਸਤਾਏ ਹੋਏ ਕੈਮਰੇ ਸਾਹਮਣੇ, ਤੁਹਾਡੇ ਸਾਹਮਣੇ ਸਾਰਿਆਂ ਦੇ ਆ ਕੇ ਉਹ ਆਪਣੇ ਜ਼ੁਲਮਾਂ ਦੀ ਦਾਸਤਾਨ ਸੁਣਾਉਣ ਵਾਸਤੇ ਤਿਆਰ ਹੈਗੇ ਨੇ। ਅੱਜ ਇੱਦਾਂ ਦਾ ਹੀ ਇੱਕ ਪਰਿਵਾਰ ਹੈਗਾ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਮੈਂ ਤੁਹਾਨੂੰ ਮਿਲਾਉਂਗਾ ਅੱਜ 4 ਮਈ 1991 ਨੂੰ ਸੁਮੇਧ ਸੈਣੀ ਵੱਲੋਂ ਸ਼ਹੀਦ ਕਰ ਦਿੱਤੇ ਗਏ ਪਰਿਵਾਰ ਦਾ ਦਾਵਾ ਕਿ ਸੁਮੇਧ ਸੈਣੀ ਵੱਲੋਂ
4 ਮਈ 1991 ਨੂੰ ਸ਼ਹੀਦ ਕਰ ਦਿੱਤੇ ਗਏ। ਇਹ ਗੁਰਮੀਤ ਸਿੰਘ ਦਾ ਪਰਿਵਾਰ, ਗੁਰਮੀਤ ਸਿੰਘ ਦਾ ਭਰਾ, ਉਹ ਸਾਡੇ ਨਾਲ ਨੇ। ਅੱਜ ਆਪਾਂ ਉਹਨਾਂ ਦੇ ਕੋਲੋਂ ਬਹੁਤ ਕੁਝ ਜਾਣਾਂਗੇ ਕਿ ਪਰਿਵਾਰ ਦੇ ਨਾਲ ਕੀ ਬੀਤੀ, ਗੁਰਮੀਤ ਸਿੰਘ ਦੇ ਨਾਲ ਕੀ ਬੀਤਿਆ, ਸੁਮੇਧ ਸੈਣੀ ਨੇ ਉਸ ਪਰਿਵਾਰ ਦੇ ਨਾਲ ਕੀ ਕੀਤਾ, ਪਰਿਵਾਰ ਅੱਜ ਕੀ ਕਰ ਰਿਹਾ ਹੈਗਾ। ਮੇਰੇ ਨਾਲ ਨੇ ਗੁਰਮੀਤ ਸਿੰਘ ਉਹਨਾਂ ਦੇ ਭਰਾ, ਜਿਹੜੇ ਕਿ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਨੇ, ਰਣਜੀਤ ਸਿੰਘ ਗੁੱਡਵਿਲ, ਪੱਕਾ ਬਾਗ, ਰੋਪੜ ਤੋਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਮੂਹ ਸੰਗਤਾਂ, ASP ਚੈਨਲ ਤੇ ਦੇਖਦੇ ਸਾਰੇ ਸਬਸਕ੍ਰਾਈਬਰ ਨੂੰ ਮੇਰਾ ਬਹੁਤ ਧੰਨਵਾਦ ਕਿ ਛੋਟੇ ਜਿਹੇ ਦਾਸ ਨੂੰ ਤੁਸੀਂ ਇੱਥੇ ਸਮਾਂ ਦੇ ਆਏ ਹੋ। ਭਾਈ ਸਾਹਿਬ ਜੀ, ਮੈਂ ਚਾਹੁੰਦਾ ਹੈਗਾ ਕਿ ਸੁਮੇਧ ਸੈਣੀ ਦੇ ਬਾਰੇ ਮੈਨੂੰ ਲੱਗਦਾ ਕਿ ਸਿੱਖ ਕੌਮ ਤੇ ਬਾਖੂਬੀ ਜਾਣਦੀ ਹੈ ਕਿ ਸੁਮੇਧ ਸੈਣੀ ਕੌਣ ਹੈਗਾ, ਸੁਮੇਧ ਸੈਣੀ ਨੇ ਕੀ ਕੁਝ ਕੀਤਾ ਹੈਗਾ। ਮੈਂ ਚਾਹੁੰਦਾ ਕਿ ਤੁਸੀਂ ਆਪਣੇ ਭਰਾ ਬਾਰੇ ਜ਼ਰੂਰ ਦੱਸੋ ਕਿ ਤੁਹਾਡਾ ਭਰਾ ਗੁਰਮੀਤ ਸਿੰਘ ਕੀ ਬੀਤੀ ਉਹਨਾਂ ਦੇ ਨਾਲ। ਮੇਰੇ ਭਰਾ ਨਾਲ ਜੀ, ਮੇਰਾ ਭਰਾ, ਖਬਰਾਂ ਵੀ ਮੇਰੇ ਕੋਲ ਹੈਗੀਆਂ, ਮੈਂ ਤੁਹਾਨੂੰ ਉਹਦੇ ਵਿੱਚ ਦਊਂਗਾ ਜੀ। ਇਹ 1999 'ਚ ਜੀ ਇਹ ਰੋਪੜ ਸਰਕਾਰੀ ਕਾਲਜ ਦਾ ਇਹ ਵਾਈਸ ਪ੍ਰੈਜ਼ੀਡੈਂਟ ਬਣਿਆ ਜੀ। ਉਹਦੇ ਵਿੱਚ ਹੀ ਜਿਹੜਾ ਇਹਦਾ ਇੱਕ ਸਾਥੀ ਸੀ ਸਰਦਾਰ ਗੁਰਿੰਦਰ ਸਿੰਘ ਖੈਰਾਬਾਦ, ਉਹਨੂੰ ਪੁਲਿਸ ਨੇ ਭੇਦ ਭਰੀ ਹਾਲਾਤਾਂ 'ਚ ਲਾਪਤਾ ਕਰਤਾ ਸੀ। ਇਹਦੀਆਂ ਖਬਰਾਂ ਆਈਆਂ, ਬੜਾ ਹਾਈਲਾਈਟ ਕੇਸ ਹੋਇਆ। ਉਸ ਤੋਂ ਬਾਅਦ ਹੈ ਜੀ, ਹੁਣ ਜਿਹੜਾ ਸਾਥੀ ਹੈ ਉਹਦਾ ਪ੍ਰੋਟੈਸਟ ਵੀ ਹੁੰਦਾ ਆ, ਰੋਸ ਵੀ ਹੁੰਦਾ। ਸਾਡਾ ਹੱਕ ਵੀ, ਜਮਹੂਰੀਅਤ ਸਾਡਾ ਹੱਕ ਵੀ ਹੈਗਾ ਜੀ, ਅਸੀਂ ਰੋਸ ਕਰ ਸਕਦੇ ਹਾਂ। ਉਹਦੇ ਵਿੱਚ ਹੀ ਇਹਨੇ ਰੋਸ ਦੇ ਵਜੋਂ ਪ੍ਰੋਟੈਸਟ ਕਰੇ, ਜਿਹਦੇ ਜਿਹੇ ਪੁਲਿਸ ਦੀਆਂ ਅੱਖਾਂ ਚੜ ਗਏ ਜੀ। ਕਿੰਨੀ ਉਮਰ ਸੀ ਉਦੋਂ ਗੁਰਮੀਤ ਸਿੰਘ ਦੀ? ਗੁਰਮੀਤ ਸਿੰਘ ਦੀ ਉਮਰ ਹੋਏਗੀ ਜੀ 19 ਸਾਲ ਦੇ ਕੋਲ ਹੋਏਗੀ ਜੀ, 18.5 19 ਇੱਥੇ ਹੋ ਸਕਦੀ ਹੈ ਜੀ। ਤੁਹਾਡੇ ਤੋਂ ਵੱਡੇ ਸੀ? ਹਾਂਜੀ, ਮੇਰੇ ਤੋਂ ਵੱਡੇ ਸੀ ਜੀ, ਮੈਂ ਸਭ ਤੋਂ ਛੋਟਾ ਜੀ। ਤੇ ਉਹਦੇ ਵਿੱਚ ਹੀ ਜਾਂ ਇਹਨਾਂ ਨੇ ਪ੍ਰੋਟੈਸਟ ਕਰਿਆ, ਉਹਦੇ ਵਿੱਚ ਹੀ ਪੁਲਿਸ ਇਹਨਾਂ ਨਾਲ ਲੱਗਣ ਲੱਗ ਗਈ। ਤੇ 13 ਜੁਲਾਈ 1999 ਨੂੰ ਇਹਨੂੰ ਸਰਕਾਰੀ ਕਾਲਜ ਰੋਪੜ ਤੋਂ ਬਾਹਰ ਤੋਂ ਇਹਨੂੰ ਪੁਲਿਸ ਨੇ ਚੱਕ ਲਿਆ। ਸਾਨੂੰ ਨਹੀਂ ਪਤਾ ਜੀ ਕਿਹੜੀ ਪੁਲਿਸ ਲੈ ਕੇ ਗਈ ਹੈ, ਕਿਉਂਕਿ ਅੱਜ ਦਾ ਅਤੇ ਉਦੋਂ ਦੇ ਸਮੇਂ ਦਾ ਫਰਕ ਹੈ ਜੀ। ਉਦੋਂ ਕੋਈ ਪੁਲਿਸ ਕਿਸੇ ਨੂੰ ਪਰਮਿਸ਼ਨ ਨਹੀਂ, ਕੋਈ ਕਿਸੇ ਦਾ ਆਇਆ ਨਹੀਂ ਕਿ ਇੰਟੀਮੇਸ਼ਨ ਕਰਨੀ ਹੈ ਕਿ ਕਿਹੜੀ ਲੈ ਗਈ, ਸਾਨੂੰ ਨਹੀਂ ਪਤਾ ਜੀ। ਰੋਪੜ ਤੋਂ ਚੱਕ ਲੈ ਗਈ। ਮੇਰੇ ਮੰਮੀ ਨੇ ਅਦਾਲਤ ਵਿੱਚ 17 ਜੁਲਾਈ 1999 ਨੂੰ ਉਹਨਾਂ ਨੇ ਇੱਕ ਪਟੀਸ਼ਨ ਪਾਈ ਰੋਪੜ ਅਦਾਲਤ 'ਚ। ਉਹਦੇ ਵਿੱਚ ਮਤਲਬ ਕਿ ਮੁੰਡੇ ਨੂੰ ਐਂ ਚੱਕ ਲੈ ਗਏ ਕਿ ਕੋਈ ਉਹਦਾ ਨੁਕਸਾਨ ਨਾ ਕਰਨ, ਉਹਦੇ ਲਈ ਪਟੀਸ਼ਨ ਪਾਈ। ਕੁਛ ਦਿਨਾਂ ਬਾਅਦ ਤਕਰੀਬਨ ਲਾ ਲਓ ਕਿ 24 ਜਾਂ 25 ਇਹ ਡੇਟਾਂ ਦੇ ਕੋਲ ਇੱਕ ਅਖਬਾਰ 'ਚ ਖਬਰ ਆਉਂਦੀ ਹੈ ਜੀ, ਇੱਕ ਸਰਦਾਰ ਕੁਲਵਿੰਦਰ ਸਿੰਘ ਕਿੱਡ ਦਾ ਫਰਜ਼ੀ ਮੁਕਾਬਲਾ ਬਣਾਇਆ ਗਿਆ ਥਾਣਾ ਸੁਹਾਣੇ 'ਚ। ਉਹਦੇ ਵਿੱਚ 3 ਜਣੇ ਹੋਰ ਵਿੱਚ ਮਤਲਬ ਕਰੇ ਹੈ ਜੀ। ਮੈਨੂੰ ਲੱਗਦਾ ਕਿ ਜਿੰਨੇ ਵੀ ਦਰਸ਼ਕ ਸਾਡੀ ਗੱਲਬਾਤ ਨੂੰ ਸੁਣ ਰਹੇ ਨੇ, ਮੈਂ ਚਾਹੁੰਦਾ ਕਿ ਨਾਲ ਸਾਰਿਆਂ ਨੂੰ ਜਿਹੜੀਆਂ ਖਬਰਾਂ ਉਹਨਾਂ ਦਿਨਾਂ ਵਿੱਚ ਅਖਬਾਰਾਂ ਵਿੱਚ ਲੱਗਦੀਆਂ ਰਹੀਆਂ, ਮੈਂ ਜਿੰਨੇ ਵੀ ਦਰਸ਼ਕ ਗੱਲਬਾਤ ਨੂੰ ਸੁਣ ਰਹੇ ਨੇ, ਮੈਂ ਵੀਰ ਹੋਰਾਂ ਦੇ ਕੋਲੋਂ ਸਾਰੀ ਦਾਸਤਾਨ ਜਿਹੜੀ ਹੈਗੀ ਆ ਸੁਣੀ ਹੈਗੀ ਆ ਜੀ। ਬੜੇ ਰੌਂਗਟੇ ਖੜੇ ਕਰਨ ਵਾਲੀ ਦਾਸਤਾਨ ਹੈਗੀ ਆ। ਮੁਕਾਬਲੇ ਵਿੱਚ ਮਰੇ ਯੁਵਕਾਂ ਦਾ ਪੋਸਟਮਾਰਟਮ, ਇੱਕ ਲਾਸ਼ ਕਿੱਡ ਦੀ, ਜਿਨ੍ਹਾਂ ਦਾ ਜ਼ਿਕਰ ਕਰਕੇ ਹਟਨੇ ਭਾਈ ਸਾਹਿਬ ਜੀ। ਇਹਨਾਂ ਦੇ ਗੁਰਮੀਤ ਸਿੰਘ ਦਾ ਵੀ ਵਿੱਚ ਜ਼ਿਕਰ ਆਉਂਦਾ ਜੀ। ਅੱਛਾ, ਇਹਦੇ ਵਿੱਚ ਗੁਰਮੀਤ ਸਿੰਘ ਦਾ ਜ਼ਿਕਰ ਵੀ? ਹਾਂਜੀ, ਗੁਰਮੀਤ ਸਿੰਘ ਦਾ ਜ਼ਿਕਰ ਆਉਂਦਾ ਜੀ। 3-4 ਮੁੰਡੇ ਹੋਰ, 2-3 ਹੋਰ ਮੁੰਡੇ ਹੈ, ਉਹਨਾਂ ਦਾ ਵਿੱਚ ਜ਼ਿਕਰ ਆਉਂਦਾ ਜੀ। ਈਵਨ ਇਸੇ ਰੋਸ ਵਜੋਂ ਰੋਪੜ ਸ਼ਹਿਰ ਸਾਰਾ ਬੰਦ ਹੋਇਆ ਜੀ ਕਿ ਇੱਕ ਸਟੂਡੈਂਟ ਨੂੰ ਕਿਵੇਂ ਪੁਲਿਸ ਚੱਕ ਲੈ ਗਈ। ਨੋਰਮਲ ਇੱਕ ਉਹਦੇ ਪ੍ਰੋਟੈਸਟ ਹੈ ਕਿ ਸਾਥੀ ਦੇ ਪ੍ਰੋਟੈਸਟ 'ਚ ਜਿਵੇਂ ਪੁਲਿਸ ਚੱਕ ਲੈ ਗਈ, ਉਹਦੇ ਰੋਸ ਵਜੋਂ ਰੋਪੜ ਵੀ ਬੰਦ ਰਿਹਾ। ਸਾਡੇ ਅਖਬਾਰਾਂ 'ਚ ਖਬਰਾਂ ਲੱਗ ਗਈਆਂ ਕਿ ਗੁਰਮੀਤ ਸਿੰਘ ਨੂੰ ਖਤਮ ਕਰ ਦਿੱਤਾ ਗਿਆ ਆ ਜੀ। ਉਹ ਤੋਂ ਬਾਅਦ ਸਾਡੇ ਮਕਾਨਾਂ ਵੀ ਆਉਣ ਲੱਗ ਗਈਆਂ ਜੀ। ਉਹ ਤੋਂ ਬਾਅਦ ਮਕਾਨਾਂ ਵੀ ਆਈਆਂ ਜੀ, ਸਾਡੇ ਘਰ ਬਹਿਣ ਲੱਗ ਗਏ ਸਾਰੇ। ਸਾਡੇ ਇਹ ਹੋ ਗਿਆ ਜੀ ਕਿ ਮਤਲਬ ਕਿ ਚੜ੍ਹਾਈ ਕਰ ਗਿਆ। ਉਸ ਤੋਂ ਬਾਅਦ ਜੀ ਸਾਨੂੰ ਕਿਸੇ ਨੇ ਦੱਸਿਆ ਵੀ ਨਹੀਂ, ਇਹਨੂੰ ਮਾਰਿਆ ਨਹੀਂ ਹੈਗਾ ਇਹ। ਪਰ ਹੁਣ ਆਇਆ ਜੀ ਕਿ ਉਹ ਸਮਾਂ ਵੀ ਉਹ ਯਾਦ ਆਪਾਂ ਕਰੀਏ ਕਿ ਉਹਦੇ ਵਿੱਚ ਜਦ ਅਸੀਂ ਪਤਾ ਕਰਿਆ, ਅੱਗੇ ਤੋਂ ਅੱਗੇ ਸਾਨੂੰ ਪਤਾ ਲੱਗਿਆ ਕਿ ਵੀ ਸਰਜੀਤ ਸਿੰਘ ਗਰੇਵਾਲ ਦਾ ਇੱਕ CIA ਇੰਚਾਰਜ ਪਟਿਆਲੇ ਜੀ ਕਿ ਉਹਨੇ ਚੱਕਿਆ ਵਾ ਇਹ ਕਿ ਹੈਗਾ ਆ। ਪਰ ਸਾਨੂੰ ਉਹਦਾ ਯਕੀਨ ਨਹੀਂ ਹੋਇਆ ਕਿ ਸਾਡੇ ਚਾਚਾ ਜੀ ਨੇ
ਮਿਹਨਤ ਤਰਲਾ ਕਰਕੇ ਹੋਰ ਪਾਸੇ ਕਰ ਕਰਾ ਕੇ ਜੀ ਉਦੋਂ ਕਰਿਆ ਕਿ ਉਹਨੂੰ ਮਿਲਣ ਦੀ ਗੁਹਾਰ ਪਾਈ। ਫਿਰ ਸਰਜੀਤ ਸਿੰਘ ਗਰੇਵਾਲ ਨੇ ਮਿਲਾਇਆ ਵੀ। ਤੇ ਸਰਜੀਤ ਮਤਲਬ ਬੜੀ ਬੁਰੀ ਹਾਲਤ 'ਚ ਤਾਂ ਜੀ ਇੰਟਰੋਗੇਸ਼ਨ ਬਹੁਤ ਹੋਈ। ਥਾਣੇ 'ਚ ਮਿਲਾਇਆ ਜੀ? ਇਹ ਨਹੀਂ, ਬਾਹਰ ਕਿਤੇ ਮਿਲਾਇਆ ਜੀ। ਹੁਣ ਉਹ ਮੈਨੂੰ ਨਹੀਂ ਪਤਾ ਕਿਉਂਕਿ ਚਾਚਾ ਜੀ ਵੀ ਚੜ੍ਹਾਈ ਕਰ ਗਏ ਆ। ਕਿਉਂਕਿ ਮੈਂ ਛੋਟਾ ਸੀ ਜੀ, ਮੈਂ ਤਾਂ ਮੇਰੀ ਉਮਰੇ ਬਹੁਤ ਛੋਟੀ ਸੀ ਜੀ। ਮੈਂ ਥੋੜਾ ਜਿਹਾ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਕਿ ਜਿਵੇਂ ਵੀਰ ਹੋਰਾਂ ਨੇ ਦੱਸਿਆ ਕਿ ਅਖਬਾਰਾਂ ਵਿੱਚ ਖਬਰਾਂ ਲੱਗ ਗਈਆਂ, ਤੁਸੀਂ ਵੀ ਦੇਖੀਆਂ ਅਖਬਾਰਾਂ ਦੀਆਂ ਖਬਰਾਂ, ਮੁਕਾਬਲੇ ਵਿੱਚ ਮਰੇ ਯੁਵਕਾਂ ਦਾ ਪੋਸਟਮਾਰਟਮ, ਇੱਕ ਲਾਸ਼ ਇੱਕ ਕਿੱਡ ਔਰ ਬਾਕੀ ਇਹਦੇ ਵਿੱਚ ਗੁਰਮੀਤ ਸਿੰਘ ਦਾ ਵੀ ਜ਼ਿਕਰ ਹੈਗਾ, ਗੁਰਮੀਤ ਸਿੰਘ ਰੋਪੜ ਦਾ ਜ਼ਿਕਰ ਵੀ ਹੈਗਾ। ਅਖਬਾਰਾਂ ਵਿੱਚ ਖਬਰਾਂ ਲੱਗ ਗਈਆਂ ਸੀ ਕਿ ਮੁਕਾਬਲੇ ਦੇ ਵਿੱਚ ਯੁਵਕ ਮਾਰੇ ਗਏ ਨੇ, ਨੌਜਵਾਨ ਮਾਰੇ ਗਏ ਨੇ। ਪਰ ਵੀਰ ਹੋਰਾਂ ਨੇ ਦੱਸਿਆ ਕਿ ਬਾਅਦ ਵਿੱਚ ਜਦੋਂ ਸਾਨੂੰ ਪਤਾ ਲੱਗਾ ਤੇ ਅਸੀਂ ਆਪਣੇ ਭਰਾ ਨੂੰ ਜਾ ਕੇ ਮਿਲੇ। ਇਹਨਾਂ ਦੇ ਚਾਚਾ ਜੀ ਨਾਲ ਸੀਗੇ, ਇਹਨਾਂ ਦਾ ਭਰਾ ਜਿਉਂਦਾ ਸੀਗਾ। ਇੱਥੇ ਮੈਨੂੰ ਲੱਗਦਾ ਕਿ ਇੱਕ ਸਵਾਲ ਖੜਾ ਇਹ ਹੁੰਦਾ ਹੈਗਾ ਕਿ ਜੇ ਗੁਰਮੀਤ ਸਿੰਘ ਰੋਪੜ ਜਿਉਂਦਾ ਸੀ ਤਾਂ ਫਿਰ ਗੁਰਮੀਤ ਸਿੰਘ ਰੋਪੜ ਦੀ ਜਗ੍ਹਾ ਤੇ ਮਾਰਿਆ ਕਿਹਨੂੰ ਗਿਆ? ਇੱਕ ਇਹ ਵੀ ਬੜਾ ਸਵਾਲ ਜਿਹੜਾ ਹੈਗਾ ਉਹ ਉੱਠਦਾ। ਹਾਂਜੀ, ਇਹੀ ਮੇਰੀ ਹੈ ਜੀ। ਦੇਖੋ ਸਾਡਾ ਤਾਂ ਸਾਨੂੰ ਮਿਲਾਤਾ ਜੀ, ਪਰ ਉਹ ਜਿਹੜਾ ਗੁਰਮੀਤ ਸਿੰਘ ਕਿਹਾ ਸੀ ਇਹ ਕੋਈ ਨਾ ਕੋਈ ਤਾਂ ਹੈ ਸੀ ਜੀ। ਉਹ ਵੀ ਕਿਸੇ ਦਾ ਪੁੱਤ, ਕਿਸੇ ਦਾ ਭਰਾ, ਕਿਸੇ ਦਾ ਵੀਰ ਹੈ ਸੀ ਜੀ। ਉਹ ਵੀ ਕਿਸੇ ਦਾ ਸੀ। ਸਾਡੀ ਇਹ ਵੀ ਮੰਗ ਹੈ ਕਿ ਇਹ ਵੀ ਪਤਾ ਲੱਗੇ ਕੌਣ ਸੀ ਜੀ। ਇਹਦੀ ਅੱਗੇ ਕਿਆ ਜਾਂਚ ਹੋਈ, ਕਿਆ ਨਹੀਂ ਹੋਈ, ਉਹਦੇ ਬਾਰੇ ਸਾਨੂੰ ਨਹੀਂ ਪਤਾ ਜੀ। ਅੱਛਾ, ਤੁਸੀਂ ਦੱਸ ਰਹੇ ਸੀਗੇ ਕਿ ਜਦੋਂ ਤੁਸੀਂ ਫਿਰ ਆਪਣੇ ਚਾਚਾ ਜੀ, ਜਦੋਂ ਤੁਸੀਂ ਆਪਣੇ ਭਰਾ ਨੂੰ ਮਿਲੇ, ਬੜੀ ਹਾਲਤ ਖਰਾਬ ਕੀਤੀ ਹੋਈ ਸੀਗੀ, ਇੰਟਰੋਗੇਟ ਕੀਤਾ ਸੀ ਪੁਲਿਸ ਨੇ? ਹਾਂਜੀ ਹਾਂਜੀ, ਬੜੀ ਬੁਰੀ ਤਰ੍ਹਾਂ ਇੰਟਰੋਗੇਸ਼ਨ ਕਰਿਆ ਵਾ ਸੀ ਜੀ। ਚਾਚਾ ਜੀ ਇਹ ਮਿਲ ਕੇ ਆਏ। ਮੈਂ ਤਾਂ ਕਿਉਂਕਿ ਛੋਟਾ ਸੀ ਜੀ, ਮੈਂ ਤਾਂ ਘਰੇ ਸੀ, ਤੇ ਚਾਚਾ ਜੀ ਮਿਲ ਕੇ ਆਏ। ਉਹਨਾਂ ਨੇ ਦੱਸੀ ਕੁਝ ਸਮੇਂ ਬਾਅਦ ਫਿਰ ਗੁਰਮੀਤ ਸਿੰਘ ਨੂੰ ਛੱਡ ਦਿੱਤਾ ਗਿਆ। ਅੱਛਾ, ਜਦੋਂ ਘਰ ਆਇਆ ਮਤਲਬ ਅੱਛਾ, ਇੰਨੀ ਬੁਰੀ ਹਾਲਤ ਵਿੱਚ ਇੰਟਰੋਗੇਟ ਕੀਤਾ ਹੋਣ ਦੇ ਬਾਵਜੂਦ ਵੀ ਤੁਹਾਡੇ ਭਰਾ ਨੂੰ ਬਿਨਾਂ ਕੇਸ ਪਾਇਆ ਛੱਡ ਦਿੱਤਾ ਗਿਆ? ਹਾਂਜੀ ਹਾਂਜੀ ਹਾਂਜੀ, ਉਹਨਾਂ ਨੂੰ ਛੱਡ ਦਿੱਤਾ ਗਿਆ। ਉਹਨਾਂ ਨੂੰ ਛੱਡਿਆ ਜੀ। ਛੱਡ ਕੇ ਉਹ ਜਦ ਆਇਆ, ਉਹਦਾ ਜਵਾੜਾ ਵੀ ਤੋੜਿਆ ਵਾ ਸੀ ਜੀ, ਉਹਦਾ ਲੱਕ ਵੀ ਟੁੱਟਿਆ ਵਾ ਸੀ। ਮਤਲਬ ਬਹੁਤ ਬੁਰੀ ਤਰ੍ਹਾਂ ਜੀ। ਮਤਲਬ ਪ੍ਰਸ਼ਾਦੇ ਛਕਣ 'ਚ ਵੀ ਉਹਨੂੰ ਬੜੀ ਪ੍ਰੋਬਲਮ ਸੀ, ਪਾਣੀ 'ਚ ਭੇ ਕੇ ਉਹਦੇ। ਮੈਨੂੰ ਲੱਗਦਾ ਕਿ ਵੀਰ ਹੋਰਾਂ ਦਾ ਗਲਾ ਭਰ ਆਇਆ ਹੈਗਾ। ਦਾਸਤਾਨ ਮੈਂ ਕਿਉਂਕਿ ਇੱਕ ਪੱਤਰਕਾਰ ਹੋਣ ਦੇ ਨਾਤੇ, ਜਿਵੇਂ ਕਹਿੰਦੇ ਕਿ ਪੱਤਰਕਾਰਾਂ ਨੂੰ ਆਪਣੇ ਜਜ਼ਬਾਤਾਂ 'ਤੇ ਕਾਬੂ ਪਾ ਕੇ ਰੱਖਣਾ ਚਾਹੀਦਾ ਹੈਗਾ, ਅਸੀਂ ਆਪਣੇ ਜਜ਼ਬਾਤਾਂ 'ਤੇ ਸਿਰਫ ਕਾਬੂ ਪਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹੈਗੇ ਹਾਂ। ਮਨ ਹਰ ਇੱਕ ਦਾ ਭਰਦਾ ਹੈਗਾ ਵੀ ਜੇ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਆ ਉਹ ਇਹ ਹੈ ਕਿ ਜੇ ਕੋਈ ਨੌਜਵਾਨ ਪੁਲਿਸ ਦੇ ਕਹਿਣ ਦੇ ਮੁਤਾਬਕ ਜਾਂ ਸਰਕਾਰ ਦੇ ਮੁਤਾਬਕ ਕੁਰਾਹੇ ਵੀ ਪੈ ਗਿਆ ਸੀਗਾ, ਜੇ ਕੋਈ ਕ੍ਰਿਮੀਨਲ ਵੀ ਸੀਗਾ, ਜੇ ਕੋਈ ਕ੍ਰਾਈਮ ਕਰਦਾ ਵੀ ਹੈਗਾ, ਤਾਂ ਪੁਲਿਸ ਦਾ ਕੰਮ ਕੀ ਹੁੰਦਾ ਹੈਗਾ? ਪੁਲਿਸ ਦਾ ਕੰਮ ਕੀ ਇੰਟਰੋਗੇਟ ਕਰਨਾ ਹੁੰਦਾ ਹੈ। ਮੈਂ ਭਾਰਤ ਦਾ ਸੰਵਿਧਾਨ ਪੜ੍ਹਿਆ, ਮੈਂ ਕਾਨੂੰਨ ਪੜ੍ਹਿਆ ਹੈਗਾ, ਜਿੰਨਾ ਕੁ ਮੈਨੂੰ ਉਹਦੇ ਵਿੱਚੋਂ ਇਹ ਗੱਲ ਸਮਝ ਆਈ ਹੈਗੀ ਆ ਕਿ ਪੁਲਿਸ ਦਾ ਕੰਮ ਹੈਗਾ ਕਿ ਜੇ ਕੋਈ ਕੁਰਾਹੇ ਪਿਆ ਹੋਇਆ, ਜੇ ਕਿਸੇ ਨੇ ਕ੍ਰਾਈਮ ਕੀਤਾ, ਉਹਨੂੰ ਅਰੈਸਟ ਕਰਨਾ ਹੈ ਔਰ ਉਸ ਤੋਂ ਬਾਅਦ ਕੋਰਟ ਵਿੱਚ ਪੇਸ਼ ਕਰਨਾ ਹੈ। ਕੋਰਟ ਨੇ ਫੈਸਲਾ ਕਰਨਾ ਹੈ ਕਿ ਕੌਣ ਅੱਤਵਾਦੀ ਹੈ। ਕੋਰਟ ਨੇ ਫੈਸਲਾ ਕਰਨਾ ਕਿ ਕੋਈ ਦੋਸ਼ੀ ਹੈ। ਜੇ ਦੋਸ਼ੀ ਹੈ ਤਾਂ ਉਹਨੂੰ ਸਜ਼ਾ ਦੇਣੀ ਹੈ, ਜੇ ਦੋਸ਼ੀ ਨਹੀਂ ਤਾਂ ਕੋਰਟ ਨੇ ਬਰੀ ਕਰਨਾ ਹੈਗਾ। ਪਤਾ ਨਹੀਂ ਇੱਦਾਂ ਦੇ ਵੀਰ ਕਿੰਨੀਆਂ ਕਿ ਇੱਦਾਂ ਦੀਆਂ ਮਾਵਾਂ ਨੇ, ਕਿੰਨੀਆਂ ਕਿ ਇੱਦਾਂ ਦੀਆਂ ਭੈਣਾਂ ਨੇ, ਜਦੋਂ ਉਹ ਸਿਆਣੀ ਵਰਗੇ ਜਿਹੜੇ ਪੁਲਿਸ ਆਫੀਸਰ ਸੀਗੇ ਉਹਨਾਂ ਦੇ ਸਤਾਏ ਹੋਏ ਨੇ ਔਰ ਜਦੋਂ ਉਹਨਾਂ ਦੇ ਜ਼ੁਲਮਾਂ ਦੀ ਦਾਸਤਾਨ ਸੁਣਾਉਂਦੇ ਨੇ ਤਾਂ ਇੱਦਾਂ ਹੀ ਸਾਰਿਆਂ ਦਾ ਗਲਾ ਭਰਦਾ ਔਰ ਇੱਦਾਂ ਹੀ ਸਾਰਿਆਂ ਦੀ ਅੱਖਾਂ ਵਿੱਚ ਹੰਝੂ ਆਉਂਦੇ ਨੇ। ਭਾਈ ਸਾਹਿਬ ਜੀ, ਤੁਹਾਡਾ ਦਰਦ ਜਿਹੜਾ ਹੈਗਾ ਉਹ ਸਮਝਿਆ ਜਾ ਸਕਦਾ। ਤੁਸੀਂ ਦੱਸ ਰਹੇ ਕਿ ਉਹਨਾਂ ਤੋਂ ਖਾਣਾ ਵੀ ਨਹੀਂ ਸੀ ਚੰਗੀ ਤਰ੍ਹਾਂ ਖਾਧਾ ਜਾਂਦਾ, ਬਹੁਤ ਜ਼ਿਆਦਾ ਮਾੜੇ ਹਾਲਾਤ। ਉਸ ਤੋਂ ਬਾਅਦ ਫਿਰ ਅੱਗੇ? ਉਸ ਤੋਂ ਬਾਅਦ ਜੀ ਸਮੇਂ ਨਾਲ ਥੋੜ੍ਹੀ ਇੰਪਰੂਵਮੈਂਟ ਹੋਈ, ਉਹਦਾ ਠੀਕ ਹੋਇਆ। ਫਿਰ ਪੁਲਿਸ ਬਹਾਨੇ ਨਾਲ, ਕਿਸੇ ਨਾ ਕਿਸੇ ਬਹਾਨੇ ਉਹਨੇ ਫਿਰ ਤੰਗ ਕਰਨਾ ਸ਼ੁਰੂ ਕਰਤਾ। ਸਾਡੇ ਮੰਮੀ ਨੂੰ ਵੀ, ਭੈਣ ਨੂੰ ਵੀ ਬਹੁਤ ਜ਼ਿਆਦਾ ਸਾਨੂੰ ਤੰਗ ਕਰਿਆ ਗਿਆ ਜੀ। ਅਤੇ ਉਹਦੇ ਵਿੱਚ ਹੀ ਜੀ ਫਿਰ ਇਹ ਆਪਣਾ ਥੋੜ੍ਹਾ ਇਹ ਆਪਦਾ ਕਿਉਂਕਿ ਬਚਾਅ ਜਿਹਾ ਰੱਖਣ ਲੱਗ ਗਏ ਜੀ। ਉਹਦੇ ਵਿੱਚ ਮੇਰੀ ਉਮਰ ਤਕਰੀਬਨ ਲਾ ਲਓ ਕਿ ਜੀ ਜਦ 15 15.5 ਸਾਲ ਹੋਏਗੀ ਜੀ, ਅਸੀਂ ਵੀ ਪਰਿਵਾਰ ਨੇ ਕਹਿਣਾ ਹੀ ਹੈ ਜੀ ਕਿ ਸਾਈਡ 'ਤੇ ਚੱਲ ਜਾਓ, ਇੱਥੇ ਇਹਨਾਂ ਦਾ ਕਿਆ ਪਤਾ ਪੁਲਿਸ ਦਾ ਜੀ। ਅਸੀਂ ਵੀ ਸਾਈਡ ਹੋ ਗਏ ਜੀ, ਇਹ ਵੀ ਸਾਈਡ ਹੋ ਗਿਆ। ਫਿਰ 7-8 ਮਹੀਨੇ ਸਾਡਾ ਮੇਲ ਨਹੀਂ ਹੋਇਆ ਇਹਦੇ ਨਾਲ, ਜਿਹਦੇ ਨਾਲ ਮੇਲ ਨਹੀਂ ਹੋਇਆ। ਫਿਰ 4/5/1991 ਨੂੰ ਅਸੀਂ ਅਖਬਾਰਾਂ ਰਾਹੀਂ ਸਾਨੂੰ ਪਤਾ ਲੱਗਿਆ ਕਿ ਗੁਰਮੀਤ ਸਿੰਘ ਨੂੰ ਬੜੈਲ 45 ਸੈਕਟਰ ਇੱਕ ਦਸ਼ਮੇਸ਼ ਡੈਰੀ 'ਤੇ ਜਾਂਦਾ ਹੁੰਦਾ ਸੀ ਜੀ। ਉੱਥੇ ਇਹਨਾਂ ਨੂੰ ਮਤਲਬ ਹਾਂਜੀ ਇਹਨੂੰ ਅਤੇ ਇਹਦੇ ਸਾਥੀ ਨੂੰ ਬਲਦੇਵ ਸਿੰਘ ਭੱਕੂ ਮਾਜਰਾ, ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਉੱਥੇ। ਮੈਨੂੰ ਲੱਗਦਾ ਕਿ ਸਾਡੇ ਕਈ ਦਰਸ਼ਕ ਸੋਚ ਰਹੇ ਹੋਣਗੇ ਕਿ ਸੁਮੇਧ ਸੈਣੀ ਦਾ ਜ਼ਿਕਰ ਆਇਆ ਸੀਗਾ, ਸਾਬਕਾ DGP ਵੀ ਸੁਮੇਧ ਸੈਣੀ ਬਾਰੇ ਤਾਂ ਗੱਲ ਹੋਈ ਨਹੀਂ ਹੈਗੀ।
ਜ਼ਰੂਰ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਕੋਈ ਜਾਣਕਾਰੀ ਹੈ ਕਿ ਤੁਹਾਡੇ ਭਰਾ ਨੂੰ ਗੋਲੀ ਕਿਹਨੇ ਮਾਰੀ? ਦੇਖੋ ਜੀ, ਉਹਦੇ ਵਿੱਚ ਬਕਾਇਦਾ ਇਹਨਾਂ ਨੇ ਵੀ ਪ੍ਰੈਸ ਕਾਨਫਰੰਸ ਸੁਮੇਧ ਸੈਣੀ ਨੇ ਵੀ ਕਰੀ ਆ, ਤੇ ਬਕਾਇਦਾ ਉੱਥੇ ਜਿਹੜੇ ਨਾਲ ਗ੍ਰਿਫਤਾਰ ਕਰੇ ਵੇ ਵੀ ਹੈਗੇ ਆ ਜੀ। ਸੁਮੇਧ ਸੈਣੀ ਨੇ ਆਪ ਲੀਡ ਕਰੀ ਹੈ ਜੀ, ਸੁਮੇਧ ਸੈਣੀ ਨੇ ਆਪ ਗੋਲੀ ਮਾਰੀ ਹੈ। ਸੁਮੇਧ ਸੈਣੀ ਦੀ ਜਿਹੜੀ ਆਪ ਹੈ ਜੀ, ਉਹਦੀ ਤਾਇਦ, ਉਸ ਗੱਲ ਦੀ ਤਾਇਦ ਇਹਨਾਂ ਦਾ ਇੱਕ ਸਾਬਕਾ ਪੁਲਿਸ ਅਫਸਰ ਗੁਰਮੀਤ ਸਿੰਘ ਪਿੰਕੀ, ਠੀਕ ਹੈ ਜੀ, ਗੁਰਮੀਤ ਸਿੰਘ ਪਿੰਕੀ ਨੇ 28 ਤਰੀਕ ਨੂੰ ਇੱਕ ਚੈਨਲ ਦੇ ਉੱਪਰ ਆਪਣੀ, ਉਹਨੇ ਮਤਲਬ ਮੁਲਤਾਨੀ ਦੇ ਕੇਸ 'ਚ ਉਹ ਡਿਬੇਟ ਚੱਲ ਰਹੀ ਸੀ ਜੀ, ਉਹਦੇ ਵਿੱਚ ਬਕਾਇਦਾ ਗੁਰਮੀਤ ਸਿੰਘ ਪੱਕਾਬਾਗ ਦਾ ਉਹਨੇ ਜ਼ਿਕਰ ਕਰਿਆ ਹੈ ਕਿ ਉਹਨਾਂ ਦੇ ਗੋਲੀਆਂ ਮਾਰੀਆਂ। ਅੱਧੀ ਗੱਲ ਤਾਂ ਸਾਡੀ ਇਹੀ ਤਾਇਦ ਹੋ ਜਾਂਦੀ ਹੈ ਜੀ ਕਿ ਗੋਲੀਆਂ ਮਾਰੀਆਂ, ਨਾਲ ਉਹਨੇ ਮੈਂਸ਼ਨ ਇਹ ਵੀ ਕਰਿਆ ਕਿ ਉਹਨੂੰ ਗ੍ਰਿਫਤਾਰ ਕਰ ਸਕਦੇ ਸੀ। ਮੈਂ ਇੱਕ ਬੇਨਤੀ ਕਰਦਾ ਤੁਹਾਡੇ ਚੈਨਲ ਰਾਹੀਂ, ਜੇ ਪਹਿਲੀ ਗੱਲ ਤਾਂ ਜੀ ਦੇਖੋ, ਸਾਡਾ ਜਿਹੜਾ ਭਰਾ ਹੈ ਗੁਰਮੀਤ ਸਿੰਘ ਪੱਕਾਬਾਗ, ਉਹ ਵਿਦਿਆਰਥੀ ਆਗੂ ਸੀ, ਆਪਣੇ ਵਿਦਿਆਰਥੀ ਸਾਥੀ ਦੇ ਰੋਹ ਦੇ ਵਿੱਚ ਉਹਨੇ ਪ੍ਰੋਟੈਸਟ ਕਰੇ, ਇਹ ਹੱਕ ਵੀ ਹੈਗਾ ਜੀ। ਉਹਦੇ ਵਿੱਚੇ ਪੁਲਿਸ ਨੇ ਇਹਨੂੰ ਚੱਕਿਆ, ਇਹਦਾ ਹੌਲੀ ਹੌਲੀ ਅਕਸ ਵਿਗਾੜਦੇ ਗਏ। ਇਹਨੂੰ ਪਹਿਲਾਂ ਥੋੜ੍ਹਾ ਜਿਹਾ ਫੈਡਰੇਸ਼ਨ ਤੇ ਕੋਈ ਹੋਰ ਪਾਸੇ ਨੂੰ ਧੱਕ ਦਿੱਤਾ ਗਿਆ, ਫਿਰ ਐਡਾ ਬੜਾ ਮਤਲਬ ਇਹ ਬਣਾ ਦਿੱਤਾ ਗਿਆ ਕਿ ਬਹੁਤ ਬੜਾ ਜੀ, ਕਿ ਬਹੁਤ ਬੜਾ ਮਤਲਬ ਹਾਂ ਕਿ ਬਹੁਤ ਬੜਾ ਆ। ਮੈਂ ਚਾਹੁੰਦਾ ਕਿ ਆਪਣੇ ਦਰਸ਼ਕਾਂ ਨੂੰ ਜ਼ਰੂਰ ਉਹ ਵੀ ਖਬਰ ਇੱਕ ਵਾਰੀ ਮੈਂ ਦਿਖਾ ਦੇਵਾਂ। ਜਦੋਂ ਖਬਰਾਂ ਆਈਆਂ ਕਿ ਇਹਨਾਂ ਦੇ ਭਰਾ ਗੁਰਮੀਤ ਸਿੰਘ ਨੂੰ ਤੇ ਉਹਨਾਂ ਦੇ ਹੋਰ ਸਾਥੀਆਂ ਨੂੰ ਬੜੈਲ ਚੰਡੀਗੜ੍ਹ ਦੇ ਵਿੱਚ ਗੋਲੀਆਂ ਮਾਰ ਕੇ ਤੇ ਇਸ ਦੁਨੀਆ ਤੋਂ ਪਾਰ ਬੁਲਾਤਾ, ਜਿਵੇਂ ਭਾਈ ਸਾਹਿਬ ਦੱਸਦੇ ਨੇ ਕਿ ਉਹਨਾਂ ਨੂੰ ਇਸ ਲੈਵਲ ਤੱਕ ਲੈ ਗਈ ਪੁਲਿਸ ਜਾਂ ਉਸ ਵੇਲੇ ਦਾ ਜਿਹੜਾ ਨਿਜ਼ਾਮ ਹੈਗਾ ਕਿ ਉਹ ਪਤਾ ਨਹੀਂ ਕਿੱਡਾ ਕੁ ਵੱਡਾ ਅੱਤਵਾਦੀ ਸੀ। ਔਰ ਜਿਵੇਂ ਇਹਨਾਂ ਨੇ ਦੱਸਿਆ ਕਿ ਪਿੰਕੀ ਕੈਟ ਜਿਹੜਾ ਹੈਗਾ ਗੁਰਮੀਤ ਸਿੰਘ ਪਿੰਕੀ, ਉਹ ਦੱਸਦਾ ਸੀਗਾ ਆਪਣੀ ਇੰਟਰਵਿਊ ਦੇ ਵਿੱਚ, ਤੁਸੀਂ ਵੀ ਬਹੁਤ ਸਾਰੀਆਂ ਗੱਲਾਂ ਸੁਣੀਆਂ ਹੋਣਗੀਆਂ, ਕਿ ਉਹ ਦੱਸਦਾ ਸੀਗਾ ਗੁਰਮੀਤ ਪਿੰਕੀ ਕਿ ਉਸ ਵੇਲੇ ਜਦੋਂ ਗੋਲੀਆਂ ਮਾਰੀਆਂ ਤੇ ਗੁਰਮੀਤ ਸਿੰਘ ਨੂੰ ਅਰੈਸਟ ਕੀਤਾ ਜਾ ਸਕਦਾ ਸੀ, ਗ੍ਰਿਫਤਾਰ ਕੀਤਾ ਜਾ ਸਕਦਾ ਸੀਗਾ। ਗੁਰਮੀਤ ਸਿੰਘ ਹੋਰਾਂ ਨੂੰ ਮਾਰੇ ਜਾਣ ਦੀ, ਗੋਲੀਆਂ ਮਾਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਸੀ। ਪਰ ਭਾਈ ਸਾਹਿਬ ਜੀ ਉਹਨਾਂ ਨੇ ਇਹ ਸਾਰਾ ਕੁਝ ਕਰ ਦਿੱਤਾ। ਪਿੱਛੋਂ ਪਰਿਵਾਰ ਦੇ ਹਾਲਾਤ, ਪਰਿਵਾਰ ਨੂੰ ਵੀ ਪੁਲਿਸ ਤੰਗ ਪਰੇਸ਼ਾਨ ਕਰਦੀ ਸੀ। ਹਾਂਜੀ, ਮੈਂ ਇਹਦੇ ਵਿੱਚ ਇੱਕ ਗੱਲ ਪਹਿਲਾਂ ਮੈਂ ਚਲੋ ਗੱਲ ਆਪਣੀ ਪੂਰੀ ਕਰ ਲਾਂ ਜੀ। ਇਹਦੇ ਵਿੱਚ ਦੇਖੋ ਜੀ, ਬਕਾਇਦਾ ਖਬਰ 'ਚ ਵੀ ਹੈ ਤੇ ਨਿਹੱਥੇ ਸੀ, ਇਹ ਨੋਰਮਲ ਆਏ ਆ, ਇਹ ਸਿਵਲ 'ਚ ਪੁਲਿਸ ਉੱਥੇ ਬਕਾਇਦਾ ਉਹ ਕਹਿ ਰਹੇ ਆ, ਪਿੰਕੀ ਨੇ ਕਹੀ ਹੈ ਕਿ ਸਿਵਲ 'ਚ ਆਏ, ਸਿਵਲ 'ਚ ਆ ਕੇ ਜੇ ਮੰਨ ਲਓ ਉਹਦੀ ਕੋਈ ਪ੍ਰੋਬਲਮ ਵੀ ਸੀ, ਫਿਰ ਪੁਲਿਸ ਨੂੰ ਸਿਵਲ 'ਚ ਆਉਣ ਦੀ ਵੀ ਕਿਹਾ, ਐਡੀ ਕੀ ਲੋੜ ਪੈ ਗਈ ਹੈ। ਉਸ ਤੋਂ ਬਾਅਦ ਜੀ ਕਿ ਸਿੱਧਾ ਆਏ, ਸਿੱਧਾ ਸ਼ੂਟ ਕਰਤਾ, ਤੇ ਇੱਕ ਵਾਰ ਨਹੀਂ 2 ਵਾਰ ਉਹਨੂੰ ਮਤਲਬ ਮਾਰਿਆ ਗਿਆ ਆ। ਇੱਕ ਵਾਰ ਪਹਿਲਾਂ ਥਾਣਾ ਸੁਹਾਣਾ ਉੱਥੇ, ਠੀਕ ਹੈ ਜੀ, ਮੈਂਟਲੀ ਪ੍ਰਪੇਅਰ ਪਹਿਲਾਂ ਹੀ ਦਿਮਾਗੀ ਤੌਰ 'ਤੇ ਤਿਆਰ ਸੀ ਕਿ ਇਹਨੂੰ ਮਾਰਨਾ। ਇਹ ਪਤਾ ਨਹੀਂ ਸਾਨੂੰ ਵੀ ਲੱਗ ਰਿਹਾ ਕਿ ਕੀ ਹੋਇਆ ਹੈ, ਕਿ ਕੋਈ ਮੈਡਲਾਂ ਦਾ ਹੀ ਚੱਕਰ ਸੀ ਇਹਨਾਂ ਨੂੰ, ਕਿ ਆਪਣੀਆਂ ਤਰੱਕੀਆਂ ਦਾ ਚੱਕਰ ਸੀ, ਇਹ ਹੁਣ ਇਹੀ ਜਾਣ ਸਕਦੇ ਆ। ਪਰ ਇਹਨਾਂ ਨੇ ਮੁਕਾਬਲਾ ਕਿਹਾ। ਮੁਕਾਬਲਾ ਤਾਂ ਭਾਈ ਸਾਹਿਬ ਤੁਸੀਂ ਵੀ ਜਾਣਦੇ ਆ ਕਿ ਜਿਹੜਾ ਅੱਜ ਆਪਾਂ ਗੱਲ ਕਰਦੇ ਹਾਂ, ਅੱਜ ਆਪਾਂ 84 ਦੇ ਦੰਗਿਆਂ ਦੀ ਗੱਲ ਕਰਦੇ ਹਾਂ। ਦੰਗੇ ਕਿਆ ਹੁੰਦੇ ਆ ਜੀ? ਦੋਹੇ ਜਦ ਭਿੜਦੇ ਆ, ਉਹ ਨਸਲਕੁਸ਼ੀ ਸੀ ਜੀ। ਇਸੇ ਤਰ੍ਹਾਂ ਮੁਕਾਬਲਾ ਕਿਆ ਹੁੰਦਾ ਜੀ? ਮੁਕਾਬਲਾ ਹੈ ਕਿ ਦੋ ਪਾਸੇ ਹੁਣ ਘੋਲ ਚੱਲਦੀ ਹੈ ਜੀ, ਦੋ ਘੋਲ ਦੋਹਾਂ ਦੀ ਹੋਣੀ ਹੈ। ਦੇਖੋ ਬਰਾਬਰ, ਜੇ ਤਾਂ ਅਸੀਂ ਮੰਨਦੇ ਵੀ ਉੱਥੇ ਗੋਲੀ ਕੋਈ ਚੱਲੀ ਜੀ, ਉਹਨਾਂ ਨੇ ਚਲਾਈ ਜੀ, ਹਾਂਜੀ, ਇਹ ਮੁਕਾਬਲਾ ਨਹੀਂ ਜੀ, ਇਹ ਸਿੱਧੇ ਤੌਰ 'ਤੇ ਕਤਲ ਤਾਂ ਮੇਰੇ ਭਰਾ ਦਾ ਪੂਰੀ ਸੋਚੀ ਸਮਝੀ ਇਸ ਸਾਜ਼ਿਸ਼ ਨਾਲ ਉਹਦਾ ਕਤਲ ਕਰਿਆ ਗਿਆ। ਭਾਈ ਸਾਹਿਬ ਦਾ ਕਹਿਣਾ ਹੈਗਾ ਕਿ ਬਿਲਕੁਲ ਸਿੱਧੇ ਤਰੀਕੇ ਦੇ ਨਾਲ ਮੈਂ ਦੋਸ਼ ਲਾਉਣਾ ਹੈਗਾ ਕਿ ਉਸ ਵੇਲੇ ਸੁਮੇਧ ਸੈਣੀ ਤੇ ਸੁਮੇਧ ਸੈਣੀ ਦੀ ਪੁਲਿਸ ਨੇ ਤੇ ਹੋਰ ਸਾਰਿਆਂ ਨੇ ਮੇਰੇ ਭਰਾ ਦਾ ਕਤਲ ਕੀਤਾ ਸੀ, ਕਿਉਂਕਿ ਉਹ ਮੁਕਾਬਲਾ ਨਹੀਂ ਸੀ, ਉਹ ਸਿੱਧੇ ਤੌਰ 'ਤੇ ਕਤਲ ਸੀ। ਮੈਂ ਭਾਈ ਸਾਹਿਬ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਉਸ ਤੋਂ ਬਾਅਦ ਤੁਹਾਨੂੰ ਵੀ ਕਦੀ ਪੁਲਿਸ ਨੇ ਅਰੈਸਟ ਕੀਤਾ? ਹਾਂਜੀ, ਅੱਗੇ ਸਾਡਾ ਪੱਖ ਚੱਲਦਾ ਜੀ। ਉਸ ਤੋਂ ਬਾਅਦ ਕਿਉਂਕਿ ਮੰਮੀ ਮੇਰੇ ਇਹ 4 ਮਈ 1991 ਨੂੰ ਗੁਰਮੀਤ ਚੜ੍ਹਾਈ ਕਰਿਆ ਆ, 14 ਅਪ੍ਰੈਲ 1991 ਨੂੰ ਹੈ ਮੰਮੀ ਮੇਰੇ ਚੜ੍ਹਾਈ ਕਰ ਗਏ, ਅਤੇ ਮੇਰੇ ਫਾਦਰ ਸਾਹਿਬ 1988 ਦੇ ਤਕਰੀਬਨ ਉਹ ਪਹਿਲਾਂ ਚੜ੍ਹਾਈ ਕਰ ਗਏ ਸੀ। ਅਸੀਂ 2 ਭੈਣ 2 ਭਰਾ ਜੀ, ਜਿਹਦੇ ਵਿੱਚ ਮੈਂ ਸਭ ਤੋਂ ਛੋਟਾ ਜੀ।
ਇੱਕ ਭੈਣ ਮੇਰੀ ਵਿਆਹੀ ਵੀ ਸੀ, ਗਰਮੇਸ਼ ਸਿੰਘ ਚੜ੍ਹਾਈ ਕਰ ਗਿਆ। ਤੇ ਮੇਰੀ ਇੱਕ ਭੈਣ ਜਿਹੜੀ ਤਕਰੀਬਨ 16.5-17 ਸਾਲ ਦੀ ਗੇੜ 'ਚ ਹੋਊਗੀ ਜੀ, 17 ਕੁ ਦੇ ਗੇੜ 'ਚ ਹੋਏਗੀ ਜੀ। ਮੈਂ ਤਕਰੀਬਨ 16 ਦੇ ਕੋਲ ਸੀ ਜੀ, ਸਾਲ 1.5 ਸਾਲ ਦਾ ਉਹਦਾ ਫਰਕ ਹੈ ਜੀ। ਤੇ ਹੁਣ ਪਰਿਵਾਰ 'ਚ ਕੋਈ ਨਹੀਂ ਜੀ, ਨਾਬਾਲਗ ਅਸੀਂ ਹੈ, ਇੱਕ ਬੱਚੇ ਹੈ। ਅੱਜ ਸਾਨੂੰ ਸਮੇਂ ਨਾਲ ਜੀ, ਜਦ ਤਾਂ ਸਾਨੂੰ ਪਤਾ ਨਹੀਂ ਲੱਗਿਆ, ਅੱਜ ਆਪਣੇ ਨਿਆਣੇ ਦੇਖ ਕੇ ਲੱਗਦਾ ਕਿ 16 ਸਾਲ ਦਾ ਨਿਆਣਾ, ਠੀਕ ਹੈ ਜੀ। ਉਸ ਤੋਂ ਬਾਅਦ ਸਾਡੇ ਚਾਚਾ ਜੀ ਸਰਦਾਰ ਸਾਧੂ ਸਿੰਘ, ਉਹ ਗੁਰਦੁਆਰਾ ਰਤਵਾੜਾ ਸਾਹਿਬ ਰਹਿੰਦੇ ਸੀ। ਚਲੋ ਉਹਨਾਂ ਨੇ ਸਾਡਾ ਆਪਣਾ ਪਰਿਵਾਰ ਜਿਹੜਾ ਉਹਦਾ ਜਾ ਕੇ ਕਦੇ ਕਿਸੇ ਅਫਸਰ ਨੂੰ ਮਿਲਣਾ, ਕਦੇ ਕਿਸੇ ਨੂੰ ਮਿਲਣਾ, ਤੇ ਉਹਨਾਂ ਨੂੰ ਰੋਜ਼ ਤੋਰ ਦਿੱਤਾ ਜਾਂਦਾ। ਕੱਲ ਦਾ ਕਹਿ ਕੇ ਕਦੇ ਤੋਰ ਦਿੱਤਾ ਜਾਂਦਾ, ਕਦੇ ਬਾਬਾ ਉੱਧਰ ਨਹੀਂ, ਇੱਥੇ ਨਹੀਂ ਦੇਣੀ, ਉੱਥੇ ਦੇ ਐਪਲੀਕੇਸ਼ਨ। ਉਹ ਧੱਕੇ ਧੁੱਕੇ ਖਾਏ ਜੀ ਉਹਨਾਂ ਨੇ, ਜਾਂਦੇ ਆਉਂਦੇ ਰਹੇ। ਉਹਨਾਂ ਨੇ ਵੀ ਸਿਦਕ ਰੱਖਿਆ, ਜਾਈ ਆਈ ਗਏ। ਉਹਦੇ ਵਿੱਚ ਹੀ ਜੀ ਜੂਨ ਲਾਸਟ ਜਾਂ ਜੁਲਾਈ ਦਾ ਪਹਿਲਾ ਹਫ਼ਤਾ ਹੋਏਗਾ ਜੀ, ਇਹਨਾਂ ਨੇ ਮੈਨੂੰ ਜੀ ਘਰ ਤੋਂ ਚੰਡੀਗੜ੍ਹ ਪੁਲਿਸ ਨੇ ਮੈਨੂੰ ਚੱਕ ਕੇ ਲੈ ਗਈ। ਅੱਛਾ, ਕਿੰਨੀ ਉਮਰ ਸੀ ਤੁਹਾਡੀ ਉਦੋਂ? ਮੇਰੀ 16 ਦੇ ਕੋਲ, 16 ਤੋਂ ਥੋੜ੍ਹੀ ਬਹੁਤੀ ਵੱਧ ਹੋ ਸਕਦੀ ਹੈ ਜੀ। ਤੇ ਉਮਰ ਦਾ ਤਕਾਜ਼ਾ ਵੀ ਦੇਖੋ, ਉੱਪਰ ਝਟਕਾ ਤਾਜ਼ੇ ਲੱਗੇ ਵੇ ਆ। ਮੰਮੀ ਸਾਡੇ ਮਹੀਨਾ 2 ਮਹੀਨਾ ਪਹਿਲਾਂ ਚੜ੍ਹਾਈ ਕਰੇ, ਭਰਾ ਸਾਡੇ ਨੂੰ ਕਰਤਾ, ਪਰਿਵਾਰ ਉੱਪਰ ਕੋਈ ਹੈ ਨਹੀਂ, ਠੀਕ ਹੈ ਜੀ। ਮੈਨੂੰ ਵੀ ਪੁਲਿਸ ਨੇ ਚੱਕ ਲਿਆ, ਦਬਾਅ ਨੈਚੁਰਲੀ ਹੈ ਜੀ, ਪਰਿਵਾਰ 'ਤੇ ਪੈਣੀ ਪੈਣਾ ਇਹ ਚੀਜ਼ ਦਾ। ਚੱਕਿਆ, ਮੈਨੂੰ ਲੈ ਕੇ ਜਾ ਕੇ ਜੀ CIA 11 ਲੈ ਗਏ ਜੀ ਚੰਡੀਗੜ੍ਹ। ਹਾਂਜੀ, ਚੰਡੀਗੜ੍ਹ ਦੀ ਚੰਡੀਗੜ੍ਹ ਲੈ ਕੇ ਗਏ ਜੀ। ਉਸ ਤੋਂ ਬਾਅਦ ਮੈਨੂੰ ਤਕਰੀਬਨ ਜੀ 10-11 ਦਿਨ ਦੇ ਗੇੜ ਉੱਥੇ ਇਹਨਾਂ ਨੇ ਰੱਖਿਆ CIA। ਬਿਨਾਂ ਗ੍ਰਿਫਤਾਰੀ ਪਾਏ ਕੋਰਟ 'ਚ ਪੇਸ਼ ਨਹੀਂ ਕੀਤਾ ਤੁਹਾਨੂੰ? ਨਹੀਂ ਜੀ, ਕੋਈ ਕਿਸੇ ਤਰ੍ਹਾਂ ਨਹੀਂ ਜੀ, ਕੋਈ ਪੇਸ਼ ਨਹੀਂ ਕਰਿਆ। ਮੈਨੂੰ ਲੱਗਦਾ ਹੈ ਕਿ ਇੱਥੇ ਮੈਂ ਆਪਣੇ ਦਰਸ਼ਕਾਂ ਨੂੰ ਹੋਰ ਦੱਸਣਾ ਚਾਹੂੰਗਾ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ, ਤਾਂ ਜਦੋਂ ਪੁਲਿਸ ਕਿਸੇ ਨੂੰ ਅਰੈਸਟ ਕਰਦੀ ਹੈ ਤਾਂ 11-11 ਦਿਨ, 10-10 ਦਿਨ ਜਾਂ 4-4 ਦਿਨ ਜਾਂ 2-2 ਦਿਨ ਵੀ ਪੁਲਿਸ ਆਪਣੇ ਕੋਲ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਨੂੰ ਆਪਣੀ ਹਿਰਾਸਤ ਵਿੱਚ ਰੱਖ ਨਹੀਂ ਸਕਦੀ ਹੈ। ਪੁਲਿਸ ਨੂੰ ਬੰਦੇ ਨੂੰ ਕੋਰਟ ਵਿੱਚ ਪੇਸ਼ ਕਰਨਾ ਹੁੰਦਾ, ਪਰ ਵੀਰ ਦੱਸ ਰਹੇ ਨੇ ਕਿ ਮੈਨੂੰ 11 ਦਿਨ ਬਿਨਾਂ ਕੇਸ ਪਾਇਆ, ਬਿਨਾਂ ਕੋਰਟ ਵਿੱਚ ਪੇਸ਼ ਕੀਤਿਆਂ ਥਾਣੇ ਵਿੱਚ ਰੱਖੀ ਛੱਡਿਆ। ਇੱਦਾਂ ਹੀ ਹੈ ਜੀ? 11 ਦਿਨ ਨਹੀਂ ਜੀ, ਮੈਨੂੰ 16 ਤੇ 17 ਦਿਨ ਦੇ ਕੋਲ ਰੱਖਿਆ ਗਿਆ ਜੀ। 11 ਦਿਨ ਦਾ ਮੈਂ ਇਸ ਕਰਕੇ ਕਹਿ ਰਿਹਾ ਜੀ, 10-11 ਦਿਨ ਦੇ ਗੇੜ 'ਚ ਮੈਨੂੰ ਉੱਥੇ ਰੱਖਿਆ। ਕੋਈ ਇਹੋ ਜਿਹੀ ਗੱਲ ਨਹੀਂ, ਕੁਛ ਨਹੀਂ ਕਿਹਾ। 10ਵੇਂ-11ਵੇਂ ਦਿਨ ਜੀ ਸਮੇਤ ਸੈਣੀ ਆਇਆ। ਅੱਛਾ, CIA ਸਮੇਤ ਸੈਣੀ ਦੇ ਤੁਸੀਂ ਰੂਬਰੂ ਹੋਏ? ਹਾਂਜੀ, ਮੈਂ ਉਹ ਅੱਗੇ ਦੱਸਣ ਲੱਗਿਆ। ਸਮੇਤ ਸੈਣੀ ਆਇਆ ਜੀ, ਇੱਕ ਵਾਰ ਸਾਰੇ ਹਲਚਲ ਜੀ ਮਚ ਗਈ ਥਾਣੇ 'ਚ ਵੀ, ਮਤਲਬ CIA ਸਾਨੂੰ ਕਿ ਕੌਣ ਆਇਆ ਜੀ, ਕਹਿੰਦੇ ਸਮੇਤ ਸੈਣੀ ਆ ਰਿਹਾ। ਇਹਦਾ ਤਾਂ ਹੁਣ ਪਤਾ ਹੀ ਸੀ ਜੀ ਕਿ ਇਹਦਾ ਸਾਨੂੰ ਸਾਰਾ ਪਤਾ ਹੀ ਸੀ ਜੀ। ਅਸੀਂ ਵੀ ਜੀ ਘਬਰਾਹਟ ਜੀ ਹੋਵੇ, ਇੱਕ ਉਮਰ ਦਾ ਤਕਾਜ਼ਾ, ਛੋਟਾ ਨਿਆਣਾ। ਤੇ ਜੀ ਥੋੜ੍ਹੇ ਟਾਈਮ ਬਾਅਦ ਬੰਦਾ ਆਇਆ, ਉਹਨੇ ਹਵਾਲਾਤ ਖੋਲ੍ਹ ਕੇ ਮੈਨੂੰ ਕਹਿੰਦਾ ਵੀ ਚੱਲ ਸਾਹਿਬ ਨੇ ਬੁਲਾਇਆ। ਮੈਂ ਚਲ ਗਿਆ ਜੀ, ਅੰਦਰ ਗਏ। ਅੰਦਰ ਇਹ ਬੈਠਾ ਸੀ ਸਮੇਤ ਸੈਣੀ। ਅੱਛਾ, ਤੇ ਇਹਦੀ ਅੱਜ ਵੀ ਮੈਨੂੰ ਸ਼ਕਲ ਯਾਦ ਹੈ, ਤੇ ਨਾ ਮੈਂ ਜਾਂਦੇ ਉੱਥੇ ਤੱਕ ਭੁੱਲਦਾ ਇਹਦੀ ਸ਼ਕਲ। ਇਹਨੇ ਜਾਂਦੇ ਸਾਰ ਜੀ ਮੈਨੂੰ ਕਹਿੰਦਾ, ਤੂੰ ਭਰਾ ਵਾ ਗੁਰਮੀਤ ਦਾ? ਮੈਂ ਕਿਹਾ ਜੀ ਹਾਂਜੀ। ਤੂੰ ਕਹਿੰਦਾ ਕੱਪੜੇ ਖੋਲ। ਮੈਂ ਤਾਂ ਚੁੱਪ ਜਿਹਾ ਹੋ ਗਿਆ ਜੀ। ਉਹਨੇ ਜਦੇ ਕਹਿੰਦਾ, ਤਾਂ ਸੁਣਿਆ ਨਹੀਂ, ਕੱਪੜੇ ਖੋਲ। ਮੈਂ ਜੀ ਖੋਲ੍ਹਣੇ ਸ਼ੁਰੂ ਕਰਤੇ ਜੀ, ਕੱਪੜੇ ਖੋਲ੍ਹਦੇ ਜੀ। ਕਸ਼ਹਿਰੇ 'ਤੇ ਜਾ ਕੇ ਮੈਂ ਖੜ ਗਿਆ। ਮੈਨੂੰ ਕਹਿੰਦਾ, ਆਹ ਕੀ ਨਹੀਂ ਖੋਲ੍ਹਣਾ ਆ? ਚਲੋ ਹੁਣ ਖੋਲ੍ਹਣਾ ਹੀ ਪੈਂਦੇ ਜੀ। ਖੋਲ੍ਹੇ ਜੀ। ਉਸ ਤੋਂ ਬਾਅਦ ਇਹਨਾਂ ਨੇ ਮੇਰੀਆਂ ਪਿੱਛੇ ਬਾਹਾਂ ਬੰਨ੍ਹ ਲਈਆਂ, ਇੱਥੇ ਹੱਥ 'ਚ ਨਾ ਨੂੜ ਕੇ ਪਿੱਛੇ ਨੂੰ ਬਾਹਾਂ ਬੰਨ੍ਹ ਲਈਆਂ। ਅਤੇ ਫਿਰ ਜੀ ਇਹਨਾਂ ਨੇ ਬੰਦੇ ਆਏ, ਮੈਨੂੰ ਐਂ ਸਿੱਧਾ ਬਿਠਾ ਲਿਆ। ਸਿੱਧਾ ਬਿਠਾ ਕੇ ਆਹ ਲੱਤਾਂ ਐਂ ਖਿੱਚਤੀਆਂ ਜੀ, ਚੱਡੇ ਪਾੜੇ, ਅਤੇ ਪਿੱਛੇ ਇੱਕ ਨੇ ਪੈਰ ਜਿਹਾ ਪਾ ਲਿਆ, ਮਤਲਬ ਕਿਉਂਕਿ ਹੱਥਾਂ ਵਿੱਚ ਗੈਪ। ਹਾਂਜੀ, ਗੋਡਾ ਲਾ ਕੇ ਪੈਰ ਪਾ ਕੇ ਉੱਪਰ 'ਤੇ ਜੂੜਾ ਫੜ ਲਿਆ ਕਿ ਅੱਗੇ ਪਿੱਛੇ ਨਾ ਜਾਵੇ ਕਰਕੇ ਜੀ। ਮੇਰੇ ਉਦੋਂ ਇਹਨਾਂ ਨੇ ਕਰੀ ਜੀ, ਫਿਰ ਮੇਰੇ ਰੋਲਾ ਲਾਇਆ ਇਹਨਾਂ ਨੇ, ਉਹ ਮੇਰੀ ਕਰੀ ਹੈ। ਮਤਲਬ ਇੱਕ ਗੱਲ ਇਹ ਹੈ ਜੀ ਕਿ ਇੱਕ ਨਿਆਣਾ ਬਿਨਾਂ ਕਸੂਰ ਤੋਂ, ਨਾਬਾਲਗ,
ਠੀਕ ਹੈ ਜੀ। ਅੱਜ ਆਪਣੇ ਨਿਆਣੇ ਦਾ, ਹੁਣ ਆਪਣੇ ਨਿਆਣਿਆਂ ਦਾ ਸੋਚ ਕੇ ਸਾਨੂੰ ਲੱਗਦਾ ਹੈ, ਮੇਰੀ ਬੇਟੀ ਹੈ, ਮੇਰੀ ਬੇਟੀ ਇੱਕ ਬੜੀ ਹੈ ਜੀ, ਇੱਕ ਮੇਰੀ ਬੇਟੀ 14 ਸਾਲ ਦੀ ਹੈ। ਮੈਂ ਉਹਨੂੰ ਦੇਖ ਕੇ, ਮੈਂ ਕੱਲ੍ਹ ਵੀ ਆਪਣੀ ਭੈਣ ਨਾਲ ਗੱਲ ਕਰਦਾ ਸੀ, ਮੈਂ ਕਿਹਾ ਭੈਣਾ ਆਹ ਉਮਰ 'ਚ ਮੈਂ ਕਿਹਾ ਸਾਡਾ ਦੇਖ, ਮੈਂ ਕਿਹਾ ਅਸੀਂ ਮਤਲਬ ਚਲੋ ਜੀ। ਉਹ ਤੋਂ ਬਾਅਦ ਇਹਨੇ ਕਰਿਆ ਕਰਕੇ 20 ਮਿੰਟ ਦੇ ਗੇਟ 'ਚ ਇਹਨਾਂ ਨੇ ਮੇਰੇ ਪਰ ਲਾਏ ਜੀ। ਕਿਉਂਕਿ ਨਿਆਣੇ ਪਰ 20 ਮਿੰਟ, ਉਹ 3rd ਡਿਗਰੀ ਕਿਹੜੀ ਇੰਟੈਰੋਗੇਸ਼ਨ ਹੈ ਜੀ, ਜਿਹੜੀ ਚੰਗਾ ਭਲਾ ਨਹੀਂ ਸਹਿ ਸਕਦਾ, ਉਹਦੇ ਪਰ ਲਾਏ। ਉਹਦੇ ਪਰ ਲਾਉਣ ਤੋਂ ਬਾਅਦ ਜੀ ਇਹਨਾਂ ਨੇ ਮੈਨੂੰ ਮੁੜ ਕੇ ਕੱਪੜੇ ਪਵਾਏ ਉੱਥੇ, ਕਹਿੰਦੇ ਵੀ ਕੱਪੜੇ ਪਾ। ਇਹਨੇ ਬੁਲਾ ਲਿਆ, ਟੇਬਲ ਦੇ ਉੱਪਰ ਐ ਬੈਠੀ, ਇਹ ਬੈਠਾ ਆ, ਇੱਕ ਹੋਰ ਸੀ ਅਫਸਰ ਕੋਈ ਬੈਠਾ। ਇਹਨੇ ਬੁਲਾ ਕੇ ਮੈਨੂੰ ਕਹਿੰਦਾ ਮੈਂ ਮਾਰਿਆ ਤੇਰਾ ਭਾਈ। ਸੁਮੇਧ ਸੈਣੀ ਨੇ ਕਿਹਾ ਕਿ ਮੈਂ ਤੁਹਾਡਾ ਭਰਾ ਮਾਰਿਆ? ਹਾਂਜੀ, ਸੁਮੇਧ ਸੈਣੀ ਨੇ ਕਿਹਾ ਜੀ, ਮੈਨੂੰ ਕਹਿੰਦਾ ਮੈਂ ਮਾਰਿਆ ਤੇਰਾ ਭਾਈ। ਮੈਂ ਕਿਹਾ ਕਹਿਣਾ ਜੀ, ਮੈਂ ਤਾਂ ਚੁੱਪ ਹੋ ਗਿਆ। ਕਹਿੰਦਾ ਤੈਨੂੰ ਸੁਣਿਆ ਨਹੀਂ? ਮੈਨੂੰ ਐ ਹੱਥ ਜਿਹਾ ਫੜ ਕੇ ਮੇਰਾ ਗੁੱਟ ਜਿਹਾ ਮੁੱਕਾ ਜਿਹਾ ਜਿਵੇਂ ਲਾਨੇ ਜੀ ਢਿੱਡ ਜਿਹੇ 'ਚ, ਉਹਦੇ 'ਚ ਲਾ ਕੇ ਮੈਂ ਜੀ ਚੁੱਪ ਕਰਕੇ ਖੜਾ ਰਿਹਾ। ਕਹਿੰਦਾ ਗੱਲ ਸੁਣ ਲਾ ਮੈਨੂੰ ਕਹਿੰਦਾ ਗੱਲ ਸੁਣ ਲੈ ਮੇਰੀ। ਕਹਿੰਦਾ ਆਪਣੇ ਬੁੜੇ ਜਿਹੇ ਨੂੰ ਬਿਠਾ ਦੇ, ਕਹਿੰਦਾ ਟਿਕਾ ਕੇ, ਉਹ ਜਿਹੜਾ ਫਿਰੀ ਜਾਂਦਾ ਨਾ, ਕਹਿੰਦਾ ਕਦੇ ਕਿਤੇ ਵੜਦਾ, ਕਦੇ ਕਿਤੇ ਐਪਲੀਕੇਸ਼ਨਾਂ ਜਿਹੀਆਂ ਚੱਕੀ ਫਿਰਦਾ ਏ। ਕਹਿੰਦਾ ਨਹੀਂ, ਤੈਨੂੰ ਤੇ ਤੇਰੇ ਪਰਿਵਾਰ ਨੂੰ ਕਹਿੰਦਾ ਉਹੀ ਰਾਹ ਤੋਰੂੰਗਾ। ਤੁਹਾਡੇ ਚਾਚਾ ਜੀ ਦੀ ਗੱਲ ਕਰਦਾ ਸੀ? ਹਾਂਜੀ ਹਾਂਜੀ, ਉਹਨਾਂ ਦੀ ਗੱਲ ਕਰਦਾ ਸੀ। ਇਹਨਾਂ ਦਾ ਚਾਚਾ, ਜਿਵੇਂ ਵੀਰ ਹੋਰਾਂ ਨੇ ਦੱਸਿਆ ਕਿ ਮੇਰਾ ਚਾਚਾ ਪੈਰਵਾਈ ਕਰਦਾ ਸੀਗਾ, ਮੇਰਾ ਚਾਚਾ ਇਸ ਗੱਲ ਦੀ ਜਾਂਚ ਪੜਤਾਲ ਕਰਾਉਣੀ ਚਾਹੁੰਦਾ ਸੀਗਾ ਕਿ ਆਖਰ ਮੇਰੇ ਭਤੀਜੇ ਗੁਰਮੀਤ ਸਿੰਘ ਨੂੰ ਕਿਹਨੇ ਮਾਰਿਆ, ਕਿਵੇਂ ਮਾਰਿਆ। ਇਹਨਾਂ ਦਾ ਕਹਿਣਾ ਹੈਗਾ ਕਿ ਸੁਮੇਧ ਸੈਣੀ ਨੇ ਮੇਰੇ ਸਾਹਮਣੇ ਬੈਠ ਕੇ ਮੈਨੂੰ ਆਖਿਆ ਕਿ ਮੈਂ ਤੇਰਾ ਭਰਾ ਮਾਰਿਆ, ਔਰ ਜੇ ਆਪਣੇ ਚਾਚੇ ਨੂੰ ਤੂੰ ਚੁੱਪ ਕਰਾ ਕੇ ਬਿਠਾ ਲਾ, ਨਹੀਂ ਤਾਂ ਤੁਹਾਡੇ ਪਰਿਵਾਰ ਦਾ ਵੀ ਮੈਂ ਉਹੀ ਹਸ਼ਰ ਕਰੂੰਗਾ ਜੋ ਗੁਰਮੀਤ ਸਿੰਘ ਦਾ ਕੀਤਾ। ਜੀ ਭਾਈ ਸਾਹਿਬ। ਉਸ ਤੋਂ ਬਾਅਦ ਜੀ ਦੇਖੋ, ਮੈਨੂੰ ਇਹਨਾਂ ਨੇ ਭੇਜਤਾ ਉੱਥੇ ਤੋਂ, ਮਤਲਬ ਆਪਣੇ ਹਵਾਲਾਤ 'ਚ ਮੈਨੂੰ ਫਿਰ ਬੰਦ ਕਰਤਾ। ਹਵਾਲਾਤ 'ਚ ਬੰਦ ਕਰਿਆ ਜੀ, 4-5 ਦਿਨ ਲੰਘੇ ਹੋਣੇ ਆ। 4-5 ਦਿਨ ਬਾਅਦ ਆਏ ਕਰਦੇ ਚਾਚਾ ਜੀ ਹੁਣੀ, ਉਹ ਮੈਨੂੰ ਛੁਡਾ ਲੈ ਗਏ। ਅਤੇ ਉਸ ਤੋਂ ਬਾਅਦ ਘਰ 'ਚ ਵੀ ਬਹਿ ਕੇ ਗੱਲ ਹੁੰਦੀ ਹੈ ਜੀ। ਘਰ 'ਚ ਗੱਲ ਹੋਈ ਜੀ, ਮੈਨੂੰ ਪੁੱਛਿਆ ਕਿ ਕਿਆ ਗੱਲ ਹੋਈ ਸੀ, ਕਿ ਕਿਉਂ ਤੈਨੂੰ ਲੈ ਗਏ, ਕਿ ਕਿਸ ਵਜ੍ਹਾ ਕਰਕੇ ਹੈ। ਮੈਂ ਫਿਰ ਦੱਸਿਆ, ਮੈਂ ਕਿਹਾ ਚਾਚਾ ਜੀ ਤੁਹਾਨੂੰ ਪਤਾ ਹੀ ਆ। ਤੁਹਾਡੇ 'ਤੇ ਕੇਸ ਕੋਈ ਨਹੀਂ ਪਾਇਆ? ਨਾ ਜੀ, ਮੈਨੂੰ ਕੋਈ ਉਹ ਨਹੀਂ ਜੀ। ਅਤੇ ਉਮਰ ਵੀ ਨਿਆਣੇ ਜੀ, ਬਿਨਾਂ ਗੱਲ ਤੋਂ ਚੱਕ ਕੇ ਜੀ। ਮੈਂ ਕਹਿੰਦਾ ਜੀ ਬੰਦੇ ਦੀ ਕਦਰੇ ਕੋਈ ਨਹੀਂ ਤੀ, ਨਾ ਨਿਆਣੇ ਦੀ ਕੋਈ ਕਦਰ ਤੀ। ਚੱਕ ਕੇ ਲਿਆ ਕੇ, ਮਤਲਬ ਕਦੇ ਚੱਕ ਲਿਆ, ਕਦੇ ਛੱਡਤਾ ਜੀ, ਕਦੇ ਚੱਕ ਲਿਆ, ਕਦੇ ਛੱਡਤਾ। ਇਹ ਤਾਂ ਆਮ ਅਕਸਰੇ ਹੁੰਦਾ ਸੀ ਜੀ, ਸਾਰੇ ਪੰਜਾਬ 'ਚ ਪਤਾ ਹੀ ਹੈ ਜੀ, ਸਭ ਨੂੰ ਪਤਾ ਜੀ। ਅਤੇ ਉਸ ਤੋਂ ਬਾਅਦ ਜੀ ਅਸੀਂ ਆ ਕੇ ਘਰੇ ਕਰੀਏ। ਫਿਰ ਚਾਚਾ ਜੀ ਨੇ ਵੀ, ਮੈਂ ਵੀ ਕਿਹਾ, ਮੈਂ ਚਾਚਾ ਜੀ ਹੁਣ ਮੇਰੇ 'ਤੇ ਨਹੀਂ ਖਾ ਹੁੰਦੇ, ਹੋਰ ਮੇਰੇ 'ਤੇ ਨਹੀਂ ਇਹ ਹੁੰਦੀ, ਇੰਨਾ ਕਿੰਨਾ ਹੁਣ ਜਵਾਕ ਇੰਨੇ ਹੈਗੇ ਆ। ਮੈਂ ਕਿਹਾ ਜੀ ਮੇਰੇ 'ਤੇ ਨਹੀਂ ਸਹਿ ਹੁੰਦੀ ਹੈ ਜੀ। ਤਾਂ ਚਾਚਾ ਜੀ ਨੇ ਵੀ ਕਿਹਾ ਮੈਨੂੰ, ਉਹ ਵੀ ਕਹਿੰਦੇ ਵੀ ਗੱਲ ਹੈ, ਜਿਹੜਾ ਕੁਛ ਗਿਆ ਉਹ ਤਾਂ ਗਿਆ। ਕਹਿੰਦੇ ਹੁਣ ਜਿਹੜਾ ਆਹੀ ਹੈ, ਜਿਹੜਾ ਬਚਿਆ ਉਹ ਸੰਭਾਲ ਲਈਏ। ਚਲੋ ਉਹ ਟਾਈਮ ਅਸੀਂ ਬਹਿ ਗਏ ਜੀ, ਅਸੀਂ ਕੋਈ ਨਹੀਂ, ਫਿਰ ਅਸੀਂ ਟਿਕ ਕੇ ਬੈਠੇ ਰਹੇ। ਅੱਛਾ, ਉਸ ਤੋਂ ਬਾਅਦ ਮੈਂ ਇਹਨਾਂ ਖਬਰਾਂ ਵਿੱਚ ਦੇਖ ਰਿਹਾ ਸੀਗਾ, ਇੱਕ ਐਡਵੋਕੇਟ ਹੈਗੇ ਨੇ ਕੋਈ, ਉਹਨਾਂ ਦਾ ਪਰਿਵਾਰ, ਉਹਨਾਂ ਦੀ ਵਾਈਫ ਔਰ ਛੋਟਾ ਜਿਹਾ ਉਹਨਾਂ ਦਾ ਬੱਚਾ। ਮੈਂ ਆਪਣੇ ਦਰਸ਼ਕਾਂ ਨੂੰ ਦਿਖਾਊਂਗਾ ਇੱਕ ਖਬਰ, ਜਿਹਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜਾ ਇਹਨਾਂ ਦੇ ਕੇਸ ਦੀ ਪੈਰਵਾਈ ਕਰ ਰਿਹਾ ਸੀਗਾ, ਜਿਹੜਾ ਵਕੀਲ, ਇਕੱਲੇ ਇਹਨਾਂ ਦੇ ਹੀ ਨਹੀਂ, ਹੋਰ ਬਹੁਤ ਸਾਰੇ ਨੌਜਵਾਨਾਂ ਦੇ ਕੇਸਾਂ ਦੀ ਪੈਰਵਾਈ ਕਰਨ ਵਾਲਾ ਵਕੀਲ, ਉਸ ਵਕੀਲ ਦੇ ਨਾਲ ਕੀ ਬੀਤੀ। ਮੈਂ ਭਾਈ ਸਾਹਿਬ ਦੇ ਕੋਲੋਂ ਵੀ ਤੁਹਾਨੂੰ ਸੁਣਵਾਊਂਗਾ, ਆਪਣੀ ਜ਼ੁਬਾਨੀ ਦੱਸਣਗੇ। ਮੈਂ ਤੁਹਾਨੂੰ ਅਖਬਾਰ ਦੀ ਉਹ ਫੋਟੋ ਦਿਖਾਉਣੀ ਚਾਹੁੰਦਾ ਹੈਗਾ, ਅਖਬਾਰ ਦੀ ਖਬਰ ਆ ਤੁਸੀਂ ਦੇਖ ਸਕਦੇ ਆ। ਰੋਪੜ ਦੇ ਵਕੀਲ ਨੂੰ ਭਾਈ ਸਾਹਿਬ ਛੱਡਿਓ ਮਾੜਾ ਜਿਹਾ। ਰੋਪੜ ਦੇ ਵਕੀਲ ਨੂੰ ਖਾੜਕੂਆਂ ਵੱਲੋਂ ਮਾਰੇ ਜਾਣ ਦੀ ਪੁਲਿਸ ਕਹਾਣੀ ਤੇ ਇਤਬਾਰ ਨਹੀਂ, ਇਹ ਖਬਰ ਲੱਗੀ ਹੈਗੀ ਆ। ਇਹ ਉਸ ਵੇਲੇ ਦੇ ਵਕੀਲ ਨੇ, ਇਹ ਉਹਨਾਂ ਦੀ ਵਾਈਫ ਔਰ ਉਹਨਾਂ ਦੀ ਛੋਟੀ ਜਿਹੀ ਬੱਚੀ। ਭਾਈ ਸਾਹਿਬ ਦੇ ਕੋਲੋਂ ਸੁਣਦੇ ਆ, ਬੱਚਾ ਸੀ ਉਹਨਾਂ ਦਾ ਬੇਟਾ। ਮੈਂ ਭਾਈ ਸਾਹਿਬ ਦੇ ਕੋਲੋਂ ਸੁਣਾਂਗੇ ਆਪਾਂ ਵੀ ਇਹਨਾਂ ਨਾਲ ਕੀ ਬੀਤੀ। ਭਾਈ ਸਾਹਿਬ ਜੀ ਦੱਸੋ ਕੀ ਬੀਤੀ ਵਕੀਲ ਹੁਣਾਂ ਦੇ ਨਾਲ? ਅੱਛਾ ਜੀ, ਉਸ ਤੋਂ ਬਾਅਦ ਜੀ ਅਸੀਂ ਫੇਰ ਥੋੜ੍ਹੀ ਦੇਰ ਬੈਠੇ। ਅਸੀਂ ਫੇਰ ਜੀ ਸਾਡੇ ਕੁਲਵੰਤ ਸਿੰਘ ਜਿਹੜੇ ਹੈ ਵਕੀਲ ਜੀ, ਹਾਂਜੀ, ਜਿਹੜੇ ਵਕੀਲ ਹੈਗੇ ਆ, ਉਹਨਾਂ ਨਾਲ ਸਾਡੇ, ਕਿਉਂਕਿ ਜਗੀਰ ਸਿੰਘ ਇਹਨਾਂ ਦੇ ਪਾਪਾ, ਉਹ ਅੰਕਲ ਨਾਲ ਸਾਡੇ ਬੜੇ ਸੰਬੰਧ ਵੀ ਸੀ। ਅਤੇ ਸਾਡੇ ਇਹ ਕੇਸਾਂ ਦੇ ਵੀ, ਗੁਰਮੀਤ ਦੇ ਕਈ ਕੇਸਾਂ ਦੇ ਵਿੱਚ ਫਿਰ ਮਤਲਬ ਕੁਲਵੰਤ ਸਿੰਘ ਅਤੇ ਸਰਬਜੀਤ ਸਿੰਘ ਲੜਦੇ ਸੀਗੇ। ਉਹਦੇ ਵਿੱਚ ਜੀ ਅਸੀਂ ਇਹਨਾਂ ਨਾਲ ਸਲਾਹ ਕਰੀ, ਅਸੀਂ ਕਿਹਾ ਵੀਰ ਜੀ ਐਂ ਕਰਕੇ ਅਸੀਂ ਕੋਈ ਰਿਟ ਦਾ ਕਿਆ ਹਿਸਾਬ ਸਿਸਟਮ ਬਣਦਾ ਆ, ਸਾਨੂੰ ਤਾਂ ਹੁਣ ਪਤਾ ਨਹੀਂ ਹੈਗਾ। ਅਤੇ ਚਾਚਾ ਜੀ ਨੇ ਜਾਂ ਅਸੀਂ ਗੱਲ ਕੋਲ, ਉਹ ਕਹਿੰਦੇ ਵੀ ਕੋਈ ਨਹੀਂ, ਅਸੀਂ ਦੇਖਦੇ ਹਾਂ। ਉਹਦੇ ਵਿੱਚ ਹੀ
ਕੁਛ ਦੇ ਨੰਗੇ ਨਹੀਂ ਹੋਣੇ। ਜਿਹੜੀ ਗੱਲ ਮੈਨੂੰ ਸਮੇਧ ਸੈਣੀ ਨੇ ਕਹੀ ਤੀ ਕਿ ਵੀ ਗੱਲ ਸੁਣ ਲੈ, ਆਪਦੇ ਚਾਚੇ ਨੂੰ ਬਿਠਾ ਲੈ, ਨਹੀਂ ਉਹੀ ਗੁਰਮੀਤ ਵਾਲੇ ਹੀ ਰਾਹ, ਤੈਨੂੰ ਤੇ ਤੇਰੇ ਪਰਿਵਾਰ ਨੂੰ ਮਤਲਬ ਉੱਧਰ ਨੂੰ ਮੈਂ ਤੋਰੂੰਗਾ। ਉਹ ਗੱਲ ਉਹਨੇ ਸਾਡੇ ਵਕੀਲ ਜਿਹੜੀ ਸਾਡੀ ਆਵਾਜ਼ ਹੁੰਦੇ ਆ ਉਹਨਾਂ ਨਾਲੇ ਉਹਨਾਂ ਨੇ ਇਹ ਆ ਕਰਿਆ। ਉਹਨਾਂ ਦਾ ਛੋਟਾ ਜਿਹਾ ਬੱਚਾ ਤੁਸੀਂ ਦੇਖ ਸਕਦੇ, ਮੈਂ ਤਾਂ ਕਹਿੰਦਾ ਇਹਨੂੰ ਵੀ ਖਾੜਕੂ ਕਹਿੰਦੇ ਆ ਵਕੀਲ ਆ। ਛੋਟਾ ਜਿਹਾ ਬੱਚਾ ਜੀ। ਪਰ ਭਾਈ ਸਾਹਿਬ ਇਸ ਗੱਲ ਦੀ ਕਿੱਦਾਂ ਪੁਸ਼ਟੀ ਹੁੰਦੀ ਹੈ ਕਿ ਇਹ ਪੁਲਿਸ ਦਾ ਹੀ ਕੰਮ ਸੀਗਾ? ਇਹ ਅੱਗੇ ਸਜ਼ਾ ਹੋਈ ਹੈ ਜੀ। ਅੱਗੇ ਇਹਨਾਂ ਦਾ ਜੇ ਤੁਸੀਂ ਕੇਸ ਕਢਾਉਂਗੇ, ਚਲੋ ਅੱਗੇ ਤਾਂ ਇਹਨਾਂ ਦੇ ਪਰਿਵਾਰ ਨੇ ਫਿਰ ਅੱਗੇ ਕਰੀ ਹੋਣੀ ਹੈ ਜੀ। ਅੱਗੇ ਇਹਨਾਂ ਨੂੰ ਕਈ ਪੁਲਿਸ ਅਫਸਰਾਂ ਨੂੰ ਇਹਦੇ ਵਿੱਚ ਸਜ਼ਾ ਹੋਈ ਹੈ ਜੀ। ਅੱਛਾ, ਜਿਸ ਵਕੀਲ ਔਰ ਵਕੀਲ ਦੀ ਵਾਈਫ ਔਰ ਉਹਨਾਂ ਦੇ ਬੱਚੇ ਨੂੰ ਭਾਈ ਸਾਹਿਬ ਦੱਸਦੇ ਹੈਗੇ ਆ ਕਿ ਮਾਰਿਆ ਗਿਆ, ਉਸ ਕੇਸ ਦੇ ਵਿੱਚ ਬਹੁਤ ਸਾਰੇ ਪੁਲਿਸ ਵਾਲਿਆਂ ਨੂੰ ਸਜ਼ਾ ਹੋਈ ਹੈ। ਹਾਂਜੀ ਜੀ, ਸਜ਼ਾ ਵੀ ਹੋਈ ਹੈ। ਤੇ ਇਹਦੇ ਵਿੱਚ ਜਿਹੜੀ ਆ ਕਹਾਣੀ ਝੂਠੀ ਬਣਾਈ ਵੀ ਹੈ ਜੀ ਕਿ ਪੁਲਿਸ ਉੱਥੇ ਖਾੜਕੂਆਂ ਨੇ ਮਾਰਿਆ ਜਾਂ ਕਿਸੇ ਨੇ ਮਾਰਿਆ ਜੀ। ਉਹਦੇ ਵਿੱਚ ਜਿਹੜੇ ਨਾਮ ਆਉਂਦੇ ਆ, ਇੱਕ ਹਰਪ੍ਰੀਤ ਸਿੰਘ ਲੱਕੀ ਹੈ ਜੀ, ਬਹਾਦਰਪੁਰ, ਹਰਪ੍ਰੀਤ ਸਿੰਘ ਲੱਕੀ ਬਹਾਦਰਪੁਰ ਦਾ ਜ਼ਿਕਰ ਆਉਂਦਾ ਆ। ਉਹ ਵੀ ਹੁਣ ਐ ਜੀ ਕਿ ਉਹਨੂੰ ਕਿਵੇਂ ਉਹ ਮਤਲਬ ਉਹਦਾ ਸਾਰਾ ਕੇਸ 'ਚ ਕਿ ਕਿਵੇਂ ਉਹਨੂੰ ਫਿਰ ਗਵਾਹ ਵੀ ਬਣਿਆ ਉਹ ਲੱਕੀ। ਉਹਨੂੰ CRP ਦੀ ਸਿਕਿਉਰਿਟੀ ਵੀ ਮਿਲੀ, ਹਾਈ ਕੋਰਟ ਵੱਲੋਂ ਕੋਈ ਹੋਈ ਹੋਣੀ ਜੀ ਇੰਸਟਰਕਸ਼ਨ ਆ, ਉਹਨੂੰ ਸਿਕਿਉਰਿਟੀ ਵੀ ਮਿਲੀ। 16-17 ਬੰਦੇ ਮਿਲੇ, ਉਹਦੇ ਪਿੰਡ ਰਹਿੰਦੇ ਸੀ। ਅਤੇ ਉਹ ਗਵਾਹ ਦੇ ਤੌਰ 'ਤੇ ਵੀ ਕੁਲਵੰਤ ਸਿੰਘ ਦੇ ਕੇ ਵੀ ਇਹ ਕੇਸ ਝੂਠਾ ਦਾ। ਉਸ ਤੋਂ ਬਾਅਦ ਉਹ ਪੁਲਿਸ ਦੇ ਹੱਕ ਵਿੱਚ ਭੁਗਤਦਾ ਰਿਹਾ? ਨਹੀਂ, ਉਹਨੂੰ ਤਾਂ ਜੀ ਵੈਸੇ ਗਵਾਹ ਬਣਾਇਆ ਸੀ ਜੀ। ਉਸ ਤੋਂ ਬਾਅਦ ਜਿਹੜੀ ਸਾਨੂੰ ਗਾਹੇ ਬਗਾਹੇ ਸਾਨੂੰ ਉੜਦੀਆਂ ਆਵਾਜ਼ਾਂ ਵੀ ਸੁਣੀਆਂ ਆ ਕਿ ਮਤਲਬ ਉਹ ਫਿਰ ਬਾਹਰ ਬੂਹਰ ਭੇਜ ਦਿੱਤਾ ਗਿਆ ਆ। ਉਹ ਕਿਹੜੇ ਸਿਸਟਮ ਨਾਲ ਭੇਜਿਆ, ਪੁਲਿਸ ਨੇ ਭੇਜਿਆ ਜਾਂ ਕਿਆ ਭੇਜਿਆ, ਉਹ ਹੁਣ ਉਹਦਾ ਸਾਨੂੰ ਨਹੀਂ ਪਤਾ ਜੀ। ਮਤਲਬ ਪਰ ਇਹਦੇ ਵਿੱਚ ਸਜ਼ਾ ਜ਼ਰੂਰ ਹੋਈ ਹੈ ਕਿ ਹੋ ਸਕਦਾ ਹੋਰ ਗਵਾਹਾਂ ਕਰਕੇ ਸਜ਼ਾ ਹੋਈ ਹੋਵੇ। ਸਜ਼ਾ ਜ਼ਰੂਰ ਹੋਈ ਹੈ। ਅੱਗੇ ਤੁਸੀਂ ਕੇਸ ਦੀ ਜਾਣਕਾਰੀ ਲੈ ਸਕਦੇ ਆ ਇਹਦੀ। ਇਹ ਬੜਾ ਹਾਈਲਾਈਟ ਕੇਸ ਸੀ ਜੀ। ਹਾਂਜੀ ਭਾਈ ਸਾਹਿਬ ਜੀ, ਉਸ ਤੋਂ ਬਾਅਦ ਫਿਰ ਤੁਹਾਡੀ ਜਿਹੜੀ ਪੈਰਵਾਈ ਹੈਗੀ ਆ ਉਹ ਚੱਲਦੀ ਰਹੀ ਜਾਂ ਹੁਣ ਚੱਲ ਰਹੀ ਹੈ ਜਾਂ ਕਿੱਥੇ ਕੁ ਰੁਕਿਆ ਹੋਇਆ? ਉਸ ਤੋਂ ਬਾਅਦ ਜੀ ਗੱਲ ਇਹ ਆ ਗਈ, ਐਡਾ ਕੁਝ ਸਾਡੇ ਨਾਲ ਹੋ ਗਿਆ। ਹੁਣ ਜਿਵੇਂ ਸਾਡੀ ਆਵਾਜ਼ ਹੈ, ਸਾਡੀ ਆਵਾਜ਼ ਜਿਵੇਂ ਹੁਣ ਤੁਸੀਂ ਪ੍ਰੈਸ ਹੈ ਜੀ, ਸਾਡੀ ਤੁਸੀਂ ਚੱਕਣੀ ਹੈ ਜਾਂ ਤੁਹਾਡੀ ਕੋਈ ਸੁਣਵਾਈ ਨਹੀਂ ਹੋਣੀ, ਅਸੀਂ ਸੁਣਵਾਈ ਵਾਲਾ ਤਾਂ ਭੁੱਲੇ ਜਾਈਏ। ਸਾਡਾ ਵਕੀਲ ਜਿਹੜਾ ਸਾਡੀ ਆਵਾਜ਼ ਸੀ ਉਹਦਾ ਪਰਿਵਾਰੇ ਮਾਰ ਦਿੱਤਾ ਗਿਆ, ਸਾਡੀ ਫਿਰ ਕਿੱਥੇ ਹਿੰਮਤ ਪੈਣੀ ਜੀ। ਅਸੀਂ ਉਸ ਕਰਕੇ ਉਦੋਂ ਫਿਰ ਬਹਿ ਗਏ ਅਤੇ ਸਮੇਂ ਨਾਲ ਚਾਚਾ ਜੀ ਵੀ ਚੜ੍ਹਾਈ ਕਰ ਗਏ ਜੀ, ਉਹ ਵੀ ਚੜ੍ਹਾਈ ਕਰ ਗਏ। ਉਸ ਤੋਂ ਬਾਅਦ ਜੀ ਫਿਰ ਹੁਣ ਜਿਹੜਾ ਤਾਜ਼ੀ ਗੱਲ ਆ, ਤਾਜ਼ੀ ਮੈਂ ਉਹ ਪਿੱਛੇ ਦੱਸਿਆ ਹੀ ਆ ਕਿ 28 ਤਰੀਕ ਨੂੰ ਪਿੰਕੀ ਨੇ ਇੱਕ ਚੈਨਲ ਦੇ ਉੱਪਰ ਬੋਲਿਆ ਆ ਕਿ ਗੁਰਮੀਤ ਸਿੰਘ ਪੱਕਾ ਬਾਗ ਨੂੰ ਉੱਥੇ ਸਮੇਧ ਸੈਣੀ ਨੇ ਗੋਲੀਆਂ ਮਾਰ ਕੇ ਉੱਥੇ ਮਾਰਤਾ। ਪਰ ਉਹ ਨਾਲ ਇਹ ਵੀ ਕਹਿੰਦਾ ਕਿ ਉਹਨੂੰ ਫੜ ਵੀ ਸਕਦੇ ਸੀ। ਮੇਰੀ ਅੱਧੀ ਗੱਲ ਤਾਂ ਜਿਹੜੀ ਸਾਡੀ ਇਹ ਹੈ ਕਿ ਜਿਹਨੂੰ ਇਹ ਕੁਛ ਵੀ ਬਣਾਉਂਦੇ ਆ, ਕੁਛ ਵੀ ਬਣਾਇਆ ਹੈ ਜੀ। ਅਸੀਂ ਕਹਿੰਦੇ ਜੀ ਸਾਡਾ ਮੁੰਡਾ ਵਿਦਿਆਰਥੀ ਆਗੂ ਸੀ ਜੀ, ਉਹਨੂੰ ਪੁਲਿਸ ਹੌਲੀ ਹੌਲੀ ਕਰਦੀ ਉਹਨੂੰ ਕਿਤੇ ਲੈ ਗਈ। ਮੈਂਟਲੀ ਪ੍ਰਿਪੇਅਰ ਹੋ ਗਏ ਕਿ ਇਹਨੂੰ ਮਾਰਨਾ ਹੀ ਮਾਰਨਾ। ਇੱਕ ਵਾਰ ਨਹੀਂ, 2 ਵਾਰ ਮਾਰਨ ਦੀ। ਇੱਕ ਵਾਰ ਮਾਰਿਆ ਮੰਨੇ ਜੀ, ਠੀਕ ਹੈ ਜੀ। ਦੂਸਰੀ ਵਾਰ ਵੀ ਉਹ ਉੱਥੇ ਖੜਾ ਆ, ਉਹਦੇ ਜਾ ਕੇ ਗੋਲੀਆਂ ਮਾਰਤੀਆਂ। ਜੇ ਉਹਨਾਂ ਨੂੰ ਕਿਸੇ ਕੇਸ 'ਚ ਲੜੀਂਦਾ ਸੀ, ਉਹ ਐਡਾ ਬੜਾ ਲੜੀਂਦਾ ਸੀ, ਫੜਦੇ ਉਹਨੂੰ, ਖਾਲੀ ਹੱਥ ਸੀ, ਖਬਰਾਂ ਦੱਸ ਰਹੀਆਂ, ਸਭ ਕੁਛ ਹੈ ਜੀ, ਠੀਕ ਹੈ ਜੀ। ਉਹਨੂੰ ਫੜਦੇ ਜੇ ਉਹਦੇ 'ਚ ਸੀ, ਉਹਦੇ ਵਿੱਚ ਕੋਈ ਕਮੀ ਸੀ, ਜੇ ਉਹਦਾ ਕੋਈ ਇਹਨਾਂ ਨੂੰ ਲੱਗਦਾ ਸੀ ਜੇ ਕਿਸੇ ਕੇਸ ਦੀ ਕੋਈ ਉਹਨਾਂ ਨੂੰ ਕੋਈ ਹੈਗੀ ਹੈ ਤਾਂ ਇਹ ਫੜਦੇ, ਕੋਰਟ 'ਚ ਲੈਂਦੇ। ਕਿਹੜੇ ਲਾਅ 'ਚ ਲਿਖਿਆ ਹੈ ਜੀ ਕਿ ਜਾਓ ਤੁਸੀਂ ਇੱਥੇ, ਹੁਣ ਅਸੀਂ ਬੈਠੇ ਹਾਂ ਜੀ, ਇੱਥੇ ਕੋਈ ਆਵੇ ਸਿੱਧਾ ਆਂਦੇ ਸਾਰ ਕੋਈ ਪੁੱਛੇ ਨਾ, ਗੱਲ ਨਹੀਂ ਪੁੱਛਣੀ, ਬਾਤ ਨਹੀਂ ਪੁੱਛਣੀ, ਠਾ ਕਰਕੇ ਗੋਲੀਆਂ ਤੁਸੀਂ ਮਾਰ ਕੇ ਤੁਸੀਂ ਆਪਦਾ ਅਗਲੇ ਦਾ ਤੁਸੀਂ। ਕਿ ਇੱਕ ਇਹ ਵੀ ਬੜਾ ਵੱਡਾ ਸਵਾਲ ਉੱਠਦਾ ਹੈਗਾ ਕਿ ਅੱਤਵਾਦੀ ਕੌਣ ਹੁੰਦਾ ਹੈਗਾ? ਜੇ ਕਿਸੇ ਨੇ ਆਪਣੇ ਪਿੰਡੇ ਦੇ ਉੱਪਰ ਵਰਦੀ ਪਾਈ ਹੋਈ ਆ, ਖਾਕੀ ਵਰਦੀ ਪਾਈ ਹੋਈ ਆ, ਤਾਂ ਖਾਕੀ ਵਰਦੀ ਜਿਹੜੀ ਹੈਗੀ ਆ ਉਹ ਅੱਤਵਾਦ ਨੂੰ ਰੋਕਣ ਵਾਸਤੇ ਹੁੰਦੀ ਆ। ਜੇ ਕੋਈ ਗਲਤ ਅਨਸਰ ਹੈਗਾ ਪੁਲਿਸ ਦੇ ਮੁਤਾਬਕ ਜਾਂ ਸਰਕਾਰ ਦੇ ਮੁਤਾਬਕ, ਤਾਂ ਖਾਕੀ ਵਰਦੀ ਵਾਲਿਆਂ ਨੇ ਉਹਨਾਂ ਨੂੰ ਅਰੈਸਟ ਕਰਕੇ ਕੋਰਟ ਵਿੱਚ ਪੇਸ਼ ਕਰਨਾ ਹੁੰਦਾ। ਪਰ ਜੇ ਖਾਕੀ ਵਰਦੀ ਵਾਲੇ ਵੀ ਇੱਦਾਂ ਨਹੀਂ ਕਰਦੇ, ਮੈਨੂੰ ਲੱਗਦਾ ਫਿਰ ਜਿਹੜਾ ਵੀ ਹੈਗਾ, ਜੇ ਕੋਈ ਉਹ ਕਾਨੂੰਨ ਦੀ ਉਲੰਘਣਾ ਕਰਦਾ, ਸੰਵਿਧਾਨ ਦੀ ਉਲੰਘਣਾ ਕਰਨਾ, ਤੇ ਮੈਨੂੰ ਲੱਗਦਾ ਕਿ ਅੱਤਵਾਦੀ ਉਹਨੂੰ ਕਿਹਾ ਜਾਂਦਾ। ਹੁਣ ਅੱਤਵਾਦੀ ਦੇ ਹੁਣ ਕੋਈ ਵੱਖਰਾ ਤਾਂ ਕੋਈ ਉਹਦਾ ਰੂਪ ਰੰਗ ਹੁੰਦਾ ਨਹੀਂ, ਹੈ ਨਾ ਜੀ।
ਦੇਖੋ ਜੀ, ਗੱਲ ਮੈਂ ਤਾਂ ਇਹ ਦੱਸਦਾ ਏ, ਜੇ ਖਾੜਕੂ ਵਾਲੀ ਗੱਲ ਆ, ਮੈਂ ਅੱਤਵਾਦੀ ਪਰ ਤਾਂ ਚਲੋ ਅੱਤਵਾਦੀ ਤਾਂ ਮੈਂ ਤਾਂ ਇਹਨਾਂ ਨੂੰ ਮੰਨਦਾ ਕਿ ਅੱਤ ਕਿਆ ਹੁੰਦੀ ਹੈ ਜੀ, ਅੱਤ ਜਿਹੜਾ ਚੱਕਦਾ ਜੀ, ਆਹ ਕਿਆ ਹੈ ਜੀ, ਇਹ ਅੱਤ ਹੈ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਇੱਕ ਹੋਰ ਪੱਖ ਤੇ ਆਨਾ, ਅੱਤ ਦੀ ਗੱਲ ਮੈਂ ਦੱਸਦਾ ਜੀ। ਸਾਡੇ ਨਾਲ ਹੀ ਪਿੰਡ ਹੈ ਜੀ, ਜਟਾਣਾ ਪਿੰਡ, ਬਲਵਿੰਦਰ ਸਿੰਘ ਜਟਾਣਾ ਸੀ, ਠੀਕ ਹੈ ਜੀ। ਉਹਦੇ ਪਰਿਵਾਰ ਨੂੰ ਉਹਦੇ ਛੋਟੇ ਛੋਟੇ ਨਿਆਣੇ, ਰਿਸ਼ਤੇਦਾਰ ਵੀ ਆਏ ਹੋਏ ਸੀ, ਛੋਟੇ ਛੋਟੇ ਨਿਆਣੇ, ਭਤੀਜੇ ਭਾਣਜੇ ਵੀ, ਈਵਨ ਅਖਬਾਰ ਦੇ ਹਿਸਾਬ ਨਾਲ ਪਤਾ ਲੱਗਦਾ ਕਿੰਨੀ ਕੁ ਉਮਰ ਹੋਏਗੀ, ਕਿ 5-5 6-6 ਸਾਲ ਦੇ ਬੱਚੇ ਧੂ ਕੇ ਕਮਰੇ 'ਚ ਬੰਦ ਕਰਕੇ ਉਹਨਾਂ ਪਰ ਰਜਾਈਆਂ ਸਿੱਟ, ਉਹਨਾਂ ਨੂੰ ਸਭ ਕੁਝ ਕਰਕੇ ਅੱਗ ਲਾ ਕੇ ਮਾਰਤੇ, ਠੀਕ ਹੈ ਜੀ। ਅੱਤਵਾਦ ਕਿਆ ਜੀ, ਅੱਤ ਕਿਹਨੇ ਚੱਕੀ ਹੈ ਜੀ, ਕੌਣ ਹੈ ਜੀ ਅੱਤ? ਅੱਤ ਦੱਸੋ ਤਾਂ ਸਹੀ, ਅੱਤ ਹੈ ਕਿਆ ਜੀ, ਕਿਹੜੀ ਅੱਤ ਹੁੰਦੀ ਹੈ? ਮੈਨੂੰ ਤਾਂ ਇਹ ਅੱਜ ਤੱਕ ਮੈਨੂੰ ਅੱਤ ਦਾ ਹੀ ਨਹੀਂ ਸਮਝ ਆਇਆ ਜੀ ਕਿ ਅੱਤ ਹੈ ਕਿਹੜੀ ਹੈ ਜੀ। ਕੀ ਲੱਗਦਾ ਤੁਹਾਨੂੰ ਉਸ ਵੇਲੇ ਜੋ ਕੁਝ ਵੀ ਪੰਜਾਬ ਦੇ ਵਿੱਚ ਵਾਪਰਿਆ, ਤੁਹਾਡੇ ਭਰਾ ਨਾਲ ਵਾਪਰਿਆ, ਵਕੀਲ ਸਾਹਿਬ ਨਾਲ ਵਾਪਰਿਆ, ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਨਾਲ ਵਾਪਰਿਆ, ਜਾਂ ਹੋਰ ਬਹੁਤ ਸਾਰੇ ਪਰਿਵਾਰਾਂ ਵਿੱਚ, ਕੀ ਲੱਗਦਾ ਤੁਹਾਨੂੰ ਕਿ ਇਹਨੂੰ ਕਿਹਾ ਜਾ ਸਕਦਾ ਕਿ ਸਰਕਾਰੀ ਅੱਤਵਾਦ ਸੀਗਾ? ਦੇਖੋ ਜੀ, ਅਸੀਂ ਤਾਂ ਆਪਣੇ ਪਰਿਵਾਰ ਤੋਂ ਲੈ ਲੈਂਦੇ ਹਾਂ ਕਿ ਸਾਡਾ ਪੜ੍ਹਨੇ ਵਾਲਾ ਭਰਾ ਸਿਰਫ, ਠੀਕ ਹੈ ਜੀ। ਹੁਣ ਸਾਡੇ ਦੇਖੋ, ਇੱਕ ਨੂੰ ਚੱਕ ਕੇ ਕਿਸੇ ਨੂੰ ਤੁਸੀਂ ਮਾਰ ਦੇਣਾ, ਸਾਥੀ ਨੂੰ, ਵਿਦਿਆਰਥੀ ਨੂੰ, ਸਾਡਾ ਇਹ ਵੀ ਹੱਕ ਨਹੀਂ ਹੈਗਾ ਇੰਨਾ, ਸਾਡਾ ਬੋਲਣਾ ਵੀ ਹੱਕ ਨਹੀਂ ਕਿ ਅਸੀਂ ਬੋਲ ਨਹੀਂ ਸਕਦੇ, ਅਸੀਂ ਪ੍ਰੋਟੈਸਟ ਨਹੀਂ ਕਰ ਸਕਦੇ। ਅਸੀਂ ਪ੍ਰੋਟੈਸਟ ਕਰਿਆ, ਕਿਆ ਗੁਨਾਹ ਕਰ ਲਿਆ ਜੀ? ਬਾਕੀ ਭਾਰਤ ਦਾ ਸੰਵਿਧਾਨ ਆਗਿਆ ਦਿੰਦਾ ਹੈਗਾ, ਤੁਸੀਂ ਪ੍ਰੋਟੈਸਟ ਕਰ ਸਕਦੇ ਹੋ, ਆਪਣੀ ਆਵਾਜ਼ ਚੁੱਕ ਸਕਦੇ ਹੋ। ਕੋਈ ਸੰਵਿਧਾਨ 'ਚ ਹੀ ਇਹੋ ਜਿਹੀ ਪਾ ਦਿਓ ਵੀ ਤੁਸੀਂ ਆਹ ਕਰ ਨਹੀਂ ਸਕਦੇ, ਮੰਨ ਗਏ, ਜਦ ਅਸੀਂ ਇੱਕ ਆਜ਼ਾਦ ਦੇਸ਼ 'ਚ ਰਹਿ ਰਹੇ ਹਾਂ, ਠੀਕ ਹੈ ਜੀ। ਕਾਨੂੰਨ ਦੀ ਪ੍ਰਕਿਰਿਆ ਅਸੀਂ ਵੀ ਆਉਂਦੇ ਆ ਤੇ ਇਹ ਵੀ ਆਉਂਦੇ ਆ ਜੀ, ਸਾਰੇ, ਠੀਕ ਹੈ ਜੀ। ਤੇ ਉਹ ਸਮੇਂ ਦੇ ਹਿਸਾਬ ਨਾਲ ਮੈਂ ਤਾਂ ਬਹੁਤ ਮੰਨਦਾ ਜੀ, ਮੈਂ ਤਾਂ ਅੱਤ ਤੁਹਾਡੇ ਸਾਹਮਣੇ ਹੀ ਹੈ ਜੀ, ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਜੀ ਅੱਤ ਕਿਹਨੇ ਚੱਕੀ ਤੀ, ਠੀਕ ਹੈ ਜੀ, ਕਿ ਕਿਵੇਂ ਇਹਨਾਂ ਨੂੰ ਉੱਧਰ ਨੂੰ ਤੋਰਿਆ ਆ, ਗਲਤ ਬਣਾ ਕੇ, ਜਦ ਮੈਂਟਲੀ ਪ੍ਰਿਪੇਅਰ ਆਪਾਂ ਇੱਕ ਨਿਸ਼ਾਨਾ ਬਣਾਏ ਲਿਆ ਕਿ ਇਹ ਮਾਰਨਾ ਆ, ਉਹਨੂੰ ਗਾਹੇ ਬਗਾਹੇ ਕਿਤੇ ਨਾ ਕਿਤੇ ਤੁਸੀਂ ਕਰ ਲੈਣਾ, ਇੱਕ ਵਾਰ ਨਹੀਂ ਨਾਲੇ ਦੋ ਵਾਰ। ਭਾਈ ਸਾਹਿਬ ਜੀ, ਸੁਮੇਧ ਸੈਣੀ ਸਾਬਕਾ ਡੀਜੀਪੀ ਪੰਜਾਬ ਅੱਜ ਤਕਰੀਬਨ ਸ਼ਿਕੰਜੇ ਵਿੱਚ ਕਾਫੀ ਹੱਦ ਤੱਕ ਫਸਿਆ ਹੋਇਆ। ਜਿਹੜੇ ਐਡਵੋਕੇਟ ਵਿਰਕ ਸਾਹਿਬ ਹੈਗੇ ਨੇ, ਸੁਮੇਧ ਸੈਣੀ ਦਾ ਕੇਸ ਹੈਂਡਲ ਕਰਦੇ, ਮੈਂ ਉਹਨਾਂ ਨੂੰ ਇੰਟਰਵਿਊ ਵੀ ਕੀਤਾ ਹੈਗਾ। ਮੇਰੇ ਇੰਟਰਵਿਊ ਵਿੱਚ ਉਹਨਾਂ ਨੇ ਆਖਿਆ ਹੈਗਾ, ਕਹਿੰਦੇ ਕਿ ਸੁਮੇਧ ਸੈਣੀ ਨੇ ਜਿਹੜੇ ਜੁਰਮ ਕੀਤੇ ਨੇ ਉਹਦੇ ਮੁਤਾਬਕ ਸੁਮੇਧ ਸੈਣੀ ਨੂੰ ਫਾਂਸੀ ਦੀ ਸਜ਼ਾ ਹੋਣੀ ਬਣਦੀ ਹੈ, ਪਰ ਕਹਿੰਦੇ ਮੈਂ ਚਾਹੁੰਦਾ ਨਹੀਂ ਹੈਗਾ ਕਿ ਫਾਂਸੀ ਹੋਵੇ, ਮੈਂ ਚਾਹੁੰਦਾ ਕਿ ਉਹ ਜਿਉਂਦਾ ਰਹੇ ਔਰ ਜਿੰਨਾ ਵੀ ਟਾਈਮ ਹੈਗਾ ਉਹ ਜੇਲ੍ਹ ਦੀ ਚਾਰਦੀਵਾਰੀ ਵਿੱਚ ਸੜੇ ਔਰ ਉਹਨੂੰ ਇੱਕ ਇੱਕ ਕਰਕੇ ਆਪਣੇ ਜਿਹੜੇ ਸਾਰੇ ਗੁਨਾਹ ਹੈਗੇ ਆ ਉਹ ਚੇਤੇ ਆਉਣ, ਉਹਨੂੰ ਫਾਂਸੀ ਵਰਗੀ ਜਿਹੜੀ ਸਜ਼ਾ ਹੈਗੀ ਆ ਉਹ ਨਾ ਮਿਲੇ। ਭਾਈ ਸਾਹਿਬ ਜੀ, ਸੁਮੇਧ ਸੈਣੀ ਅੱਜ ਬਲਵੰਤ ਸਿੰਘ ਮੁਲਤਾਨੀ ਕੇਸ ਦੇ ਵਿੱਚ ਅੜਕੇ 'ਚ ਆਇਆ ਹੋਇਆ, ਕੀ ਲੱਗਦਾ ਤੁਹਾਨੂੰ ਕਿ ਤੁਹਾਡੇ ਭਰਾ ਨਾਲ ਜੋ ਕੁਝ ਵੀ ਬੀਤਿਆ, ਕੋਈ ਤੁਹਾਨੂੰ ਇਨਸਾਫ ਦੀ ਉਮੀਦ ਨਜ਼ਰ ਆਉਂਦੀ ਹੈ? ਹਾਂਜੀ, ਇਨਸਾਫ ਦੀ ਹੁਣ ਸਾਨੂੰ ਉਮੀਦ ਜਾਗੀ ਹੈ। ਮੈਂ ਦੇਖੋ ਜੀ, ਜਦੋਂ ਮੁਲਤਾਨੀ ਕੇਸ ਜਦ ਤੋਂ ਇਹ ਹੁਣ ਦੁਬਾਰਾ ਹੋਇਆ ਹੈ, 302 ਦਾ ਇਹਦੇ ਪਰਚੇ ਹੋਇਆ, ਇਹਦੇ ਪਰ ਸੁਮੇਧ ਸੈਣੀ ਦੇ, ਇਹ ਅੱਗੇ ਜਿਵੇਂ ਇਹਦੀ ਜ਼ਮਾਨਤ ਥੱਲੇ ਤੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਇਹਦੀ ਰਿਜੈਕਟ ਹੋਈ ਹੈ, ਹੁਣ ਸੁਪਰੀਮ ਕੋਰਟ ਹੈ, ਸੁਪਰੀਮ ਕੋਰਟ ਵੀ ਤਲਵਾਰ ਲਟਕ ਰਹੀ ਹੈ ਜੀ, ਸਟੇ ਹੈ ਜੀ। ਉੱਥੇ ਗ੍ਰਿਫਤਾਰੀ ਤੇ ਵੈਸੇ ਰੋਕ ਲੱਗ ਗਈ ਹੈ। ਹਾਂਜੀ, ਗ੍ਰਿਫਤਾਰੀ ਤੇ ਰੋਕ ਲੱਗੀ ਹੈ ਜੀ, ਉਹ ਕਾਰਨਾਂ ਕਰਕੇ, ਉਹਦੇ ਬਾਰੇ ਤਾਂ ਹੁਣ ਮੈਨੂੰ ਪਤਾ ਨਹੀਂ ਜੀ, ਪਰ ਮੈਂ ਉਹ ਇੱਕ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹੁੰਦਾ। ਮਤਲਬ ਜੋ ਮੈਂ ਅਖਬਾਰਾਂ ਦੇ ਹਿਸਾਬ ਨਾਲ ਇੱਕ ਪੜ੍ਹੀ ਹੈ, ਉਹਦੇ ਵਿੱਚ ਆਈ ਸੀ, ਉਹਦੇ ਵਿੱਚ ਇੱਕ ਕਿਹਾ ਗਿਆ ਇਹ ਨਹੀਂ ਮੈਨੂੰ ਪਤਾ, ਦੇਖੋ ਜੀ, ਕਿਉਂਕਿ ਕੋਰਟ ਨੂੰ ਨਹੀਂ ਸਾਡਾ ਕੋਈ ਹੈਗਾ, ਮਾਣਯੋਗ ਸਾਡੇ ਸਤਿਕਾਰਯੋਗ ਕੋਰਟਾਂ ਆ, ਉਹਨਾਂ ਨੂੰ ਕੋਈ ਉਹਦੇ ਵਾਲੇ ਨਹੀਂ, ਪਰ ਇੱਕ ਉਹਦੇ ਵਿੱਚ ਇੱਕ ਕੋਈ ਮਤਲਬ ਜਵਾਨੀ ਕੋਈ ਕਹਿੰਦੇ ਬਹਿਸ ਦੇ ਵਿੱਚ ਆਇਆ ਹੈ ਕਿ ਉੱਥੇ ਕਿਹਾ ਗਿਆ ਹੈ, ਸ਼ਾਇਦ ਸਰਕਾਰੀ ਵਕੀਲ ਵੱਲੋਂ ਕਿਹਾ ਗਿਆ ਹੋਵੇ, ਜਿਹੜਾ ਇਹਦਾ ਸੈਣੀ ਦਾ ਹੋਵੇ, ਉਹਦੇ ਵੱਲੋਂ ਸ਼ਾਇਦ ਹੋਵੇ, ਉਹਨੇ ਇਹ ਕਿਹਾ ਵੀ ਐਡੀ ਕਾਹਲੀ ਕਿਆ ਇਹਨੂੰ ਫੜਨ ਦੀ। ਮੈਂ ਇਹ ਬੇਨਤੀ ਕਰਦਾ, ਮੈਂ ਤਾਂ ਇਹ ਕਹਿਣਾ ਜੀ, ਦੇਖੋ 30 ਸਾਲ 'ਚ ਹਲੇ ਕਾਹਲੀ ਦੀ ਗੱਲ ਕਰਦੇ ਹਾਂ, ਫੇਰ ਤਾਂ ਆਪਾਂ ਇਹ ਹੈ ਜੀ ਕਿ ਅਗਲੇ ਜਨਮ ਅਸੀਂ ਉਡੀਕ ਲੈਂਦੇ ਹਾਂ, ਫਿਰ ਅਗਲਾ ਜਨਮ ਉਡੀਕ ਲੈਂਦੇ ਹਾਂ। ਜੇ ਅਸੀਂ ਕਾਹਲੀ ਦੀ ਗੱਲ, ਮੈਂ ਨਹੀਂ, ਚਲੋ ਉਹਨਾਂ ਨੂੰ ਕੋਈ ਚੈਲੰਜ ਨਹੀਂ, ਮੈਂ ਇੱਕ ਵੈਸੇ ਮੇਰੇ ਮਨ ਨੂੰ ਜਿਹੜੀ ਹੋਈ ਹੈ, ਮੈਂ ਉਸ ਦੀ ਭਾਵਨਾ ਦੀ ਗੱਲ ਕਰਦਾ, ਮੈਂ ਮਨ ਦੀ ਭਾਵਨਾ ਜ਼ਾਹਰ ਕਰ ਰਿਹਾ ਕਿ ਮੇਰੇ ਮਨ ਨੂੰ ਇਹ ਜ਼ਰੂਰ ਹੋਈ ਵੀ ਜੇ 30 ਸਾਲ 'ਚ ਕਾਹਲੀ ਨਹੀਂ ਤਾਂ ਫਿਰ ਅਗਲਾ ਜਨਮ ਇਹ ਹੋ ਸਕਦਾ ਜੀ, ਉਹ ਪਤਾ ਨਹੀਂ ਹੁਣ।
ਭਾਈ ਸਾਹਿਬ ਜੀ, ਜੋ ਕੁਝ ਵੀ ਦੌਰ ਤੁਸੀਂ ਆਪਣੇ ਪਿੰਡੇ ਦੇ ਉੱਪਰ ਝੱਲਿਆ, ਜੋ ਤਸੀਹੇ ਝੱਲੇ, ਤਸੀਹੇ ਹੀ ਹੁੰਦੇ ਨੇ ਮੈਨੂੰ ਲੱਗਦਾ ਜਦੋਂ ਇਦਾਂ ਦੀਆਂ ਘਟਨਾਵਾਂ ਪਰਿਵਾਰ ਵਿੱਚ ਵਾਪਰਦੀਆਂ ਨੇ, ਤਾਂ ਉਸ ਸਮੇਂ ਦੌਰਾਨ ਵੀ ਤੇ ਅੱਜ ਵੀ ਤੁਸੀਂ ਇਨਸਾਫ ਚਾਹੁੰਦੇ ਹੈਗੇ, ਆਪਣੇ ਭਰਾ ਦਾ ਇਨਸਾਫ ਚਾਹੁੰਦੇ ਹੈਗੇ ਆ। ਜੋ ਕੁਝ ਤੁਸੀਂ ਆਪਣੇ ਉੱਪਰ ਝੱਲਿਆ ਤੁਸੀਂ ਉਹਦਾ ਇਨਸਾਫ ਚਾਹੁੰਦੇ ਆ। ਤੁਹਾਡੀਆਂ ਕੋਈ ਸਮਾਜ ਸੇਵੀ ਸੰਸਥਾਵਾਂ, ਕੋਈ ਮਨੁੱਖੀ ਅਧਿਕਾਰ ਸੰਗਠਨ ਜਾਂ ਇਨਸਾਫ ਪਸੰਦ ਧਿਰਾਂ ਸਾਥ ਦੇ ਰਹੀਆਂ ਨੇ? ਦੇਖੋ ਜੀ, ਫਿਲਹਾਲ ਤਾਂ ਮੈਂ ਪ੍ਰਧਾਨ ਮੰਤਰੀ ਸਾਹਿਬ ਤੋਂ, ਪ੍ਰਧਾਨ ਮੰਤਰੀ ਜੀ, ਚੀਫ ਜਸਟਿਸ ਸੁਪਰੀਮ ਕੋਰਟ, ਨੈਸ਼ਨਲ ਹਿਊਮਨ ਰਾਈਟਸ ਜੀ, ਤੇ ਸਾਡੇ ਮੁੱਖ ਮੰਤਰੀ ਪੰਜਾਬ ਜੀ, ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ, DGP ਪੰਜਾਬ ਜੀ, ਮੁੱਖ ਸਕੱਤਰ ਪੰਜਾਬ ਜੀ, ਹਿਊਮਨ ਰਾਈਟਸ ਪੰਜਾਬ ਜੀ, ਪ੍ਰਬੰਧਕ ਚੰਡੀਗੜ੍ਹ ਤੇ SSP ਚੰਡੀਗੜ੍ਹ ਨੂੰ ਮੈਂ ਐਪਲੀਕੇਸ਼ਨਾਂ ਆਪਣੀਆਂ ਲਿਖੀਆਂ ਜੀ। ਐਪਲੀਕੇਸ਼ਨਾਂ ਨੇ ਜਿਹੜੀਆਂ ਭਾਈ ਸਾਹਿਬ ਨੇ ਦੱਸੀਆਂ ਨੇ, ਇਹ ਸਾਰੀਆਂ ਐਪਲੀਕੇਸ਼ਨਾਂ ਨੇ, ਇਹ ਇਨਸਾਫ ਲੈਣ ਵਾਸਤੇ ਇੱਕ ਉਮੀਦ ਆ ਇਹਨਾਂ ਦੇ ਅੰਦਰ। ਇਹਨਾਂ ਨੇ ਚਿੱਠੀਆਂ ਸਾਰੀਆਂ ਜਿਹੜੀਆਂ ਨੇ ਤੁਹਾਨੂੰ ਦੱਸਿਆ ਕਿ ਮੈਂ ਸਾਰਿਆਂ ਨੂੰ ਕੱਢੀਆਂ ਹੈਗੀਆਂ ਨੇ। CM ਪੰਜਾਬ ਨਰਿੰਦਰ ਮੋਦੀ ਨੂੰ ਕੱਢੀ ਹੈਗੀ ਆ, ਮਾਣਯੋਗ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਚੰਡੀਗੜ੍ਹ, ਇਹਨਾਂ ਨੇ ਸਾਰਿਆਂ ਨੂੰ ਇਹ ਚਿੱਠੀਆਂ ਕੱਢੀਆਂ ਨੇ ਤਾਂ ਕਿ ਜਿਹੜਾ ਇਹਨਾਂ ਦਾ ਭਰਾ ਹੈਗਾ, ਇਹਨਾਂ ਦਾ ਕਹਿਣਾ ਹੈਗਾ ਕਿ ਸਾਨੂੰ ਆਪਣੇ ਭਰਾ ਦੀ ਮੌਤ ਦਾ ਜਿਹੜਾ ਇਨਸਾਫ ਹੈਗਾ ਉਹ ਮਿਲ ਸਕੇ, ਔਰ ਜਿਹੜਾ ਗੁਨਾਹਗਾਰ ਹੈਗਾ ਸੁਮੇਧ ਸੈਣੀ, ਇਹਨਾਂ ਦੇ ਕਹਿਣ ਮੁਤਾਬਕ ਉਹਨੂੰ ਜਿਹੜੀ ਬਣਦੀ ਸਜ਼ਾ ਹੈਗੀ ਆ, ਜਿਹੜੇ ਉਹਨੇ ਗੁਨਾਹ ਕੀਤੇ ਨੇ ਉਹਦੀ ਸੁਮੇਧ ਸੈਣੀ ਨੂੰ ਸਜ਼ਾ ਮਿਲ ਸਕੇ। ਭਾਈ ਸਾਹਿਬ ਜੀ, ਮੈਂ ਤੁਹਾਡੇ ਕੋਲ ਇਹ ਵੀ ਗੱਲ ਜਾਣਨੀ ਚਾਹੁੰਦਾ, ਤੁਸੀਂ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਬਾਰੇ, ਜਿਨ੍ਹਾਂ ਨੇ ਸੁਮੇਧ ਸੈਣੀ ਨੂੰ ਆਪਣੇ ਕਾਰਜਕਾਲ ਦੌਰਾਨ ਪਿੱਛੇ ਵੀ ਪੰਜਾਬ ਦਾ DGP ਲਾਤਾ ਸੀਗਾ? ਦੇਖੋ ਜੀ, ਗੱਲ ਮੇਰੀ ਬੇਨਤੀ ਹੈ, ਮੇਰੇ ਤੁਸੀਂ ਕਿਤੇ ਘਰ ਆਉਣ ਦਾ ਤੁਹਾਨੂੰ ਕਦੇ ਮੌਕਾ ਮਿਲਿਆ, ਤੁਸੀਂ ਆ ਕੇ, ਮੈਂ ਆਪਣੇ ਪੱਖ ਦੀ ਦੱਸਦਾ ਜੀ। ਦੇਖੋ, ਮੇਰਾ ਐਡਾ ਦਾ ਕੋਈ ਲੈਵਲ ਨਹੀਂ, ਕੋਈ DGP ਲਾਣੇ, DGP ਹਟਵਾਣੇ ਵਾਲੀ ਮੇਰੇ 'ਚ ਤਾਂ ਕੋਈ, ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਗੱਲ ਮੈਂ ਇਹ ਗੱਲ ਤਾਂ ਪੁੱਛਦਾ ਕਿਉਂਕਿ ਤੁਸੀਂ ਉਹਨਾਂ ਦੀ ਪਾਰਟੀ ਵਿੱਚ ਰਹੇ ਹੋ। ਹਾਂਜੀ, ਨਹੀਂ, ਉਹੀ ਗੱਲ ਤੇ ਮੈਂ ਆ ਰਿਹਾ ਜੀ। ਮੇਰਾ ਕਹਿਣ ਦਾ ਮਤਲਬ ਹੈ ਜੀ, ਮੈਂ ਪਾਰਟੀ 'ਚ ਉਹਦੀ ਮੈਂ ਵਜ੍ਹਾ ਦੱਸਣ ਲੱਗਿਆ ਜੀ, ਪਾਰਟੀ ਜੁੜਨ ਦੀ ਵਜ੍ਹਾ ਦੱਸਣ ਲੱਗਿਆ। ਮੈਂ ਤੁਹਾਨੂੰ ਇੱਥੇ ਤੱਕ ਵੀ ਆਊਂਗਾ ਜੀ। ਸਾਡਾ ਐਨ ਥਾਣੇ ਦੇ ਨਾਲ ਘਰ ਹੈ ਜੀ, ਸਾਨੂੰ ਪੁਲਿਸ ਬੜਾ ਤੰਗ ਕਰਦੀ ਸੀ, ਤੇ ਉਹਦੇ ਵਿੱਚ ਅਸੀਂ ਚਲੋ ਅੱਗੇ ਜਿਵੇਂ ਜਿਵੇਂ ਹੋਏ ਆ, ਅਸੀਂ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਵੀ ਜੁੜੇ ਜੀ, ਮਹਿਤਾ ਜੀ, ਇਹਨਾਂ ਨਾਲ ਜੁੜੇ। ਅੱਗੇ ਜਿਵੇਂ ਹੀ ਇਹ ਅੱਗੇ ਇਹਨਾਂ ਦਾ ਅਕਾਲੀ ਦਲ ਜਾਣਾ ਹੋਇਆ, ਸਾਡੇ ਵੀ ਉਵੇਂ ਹੀ ਅਸੀਂ ਅਕਾਲੀ ਦਲ ਨਾਲ ਆ ਗਏ। ਪਾਰਟੀ ਦੀ ਇੱਕ ਲਾ ਲਈਏ ਕਿ ਸਾਨੂੰ ਪਾਰਟੀ ਦੀ ਇਸ ਕਰਕੇ ਵੀ ਹੈ ਸੀ, ਸਾਡੇ ਨੇਤੂ ਤੋਂ ਬਾਅਦ ਰੇਡ ਹੋਈਗੀ ਜੀ, ਕਦੇ ਕੋਈ ਆ ਗਿਆ, ਕਦੇ ਕੋਈ ਆ ਗਿਆ, ਠੀਕ ਹੈ ਜੀ। ਉਸ ਤੋਂ ਬਾਅਦ ਜਦ ਇਹ ਸੁਮੇਧ ਸੈਣੀ DGP ਲਾਇਆ, ਜਦ DGP ਲਾਇਆ, ਅਸੀਂ ਜਿੱਥੇ ਤੱਕ ਸਾਡੀ ਜਿੰਨੀ ਪਹੁੰਚ, ਹੁਣ ਇੱਕ ਮੈਂ ਕਲੀਅਰ ਕਰਨਾ ਚਾਹੁੰਦਾ, ਜਦ ਮੈਂ ਯੂਥ ਅਕਾਲੀ ਦਲ ਦਾ ਪ੍ਰਧਾਨ ਨਹੀਂ ਸੀ ਜੀ, ਨਹੀਂ, ਜਿਹੜਾ ਕੋਈ ਮਤਲਬ, ਚਲੋ ਜੇ ਮੈਂ ਹੁੰਦਾ ਵੀ ਜੀ, ਮੈਂ ਨਹੀਂ ਸੀ ਜਦ, ਜੇ ਮੈਂ ਹੁੰਦਾ ਵੀ, ਜੇ ਮੈਂ ਅਸਤੀਫਾ ਦੇ ਵੀ ਦਿੰਦਾ, ਮੇਰੇ ਇੱਕ ਅਸਤੀਫੇ ਨਾਲ DGP ਦਾ ਬਦਲਾ ਤਾਂ ਇਹ ਤਾਂ ਹੈ ਨਹੀਂ ਸੀ ਜੀ। ਮੈਂ ਆਪਣੇ ਜਿਹੜੀ ਲੀਡਰਸ਼ਿਪ, ਮੈਂ ਡਾਕਟਰ ਦਲਜੀਤ ਸਿੰਘ ਚੀਮਾ ਨਾਲ ਜੁੜਿਆ, ਉਹਨਾਂ ਨੂੰ ਮੈਂ ਉਦੋਂ ਕਿਹਾ ਵੀ, ਮੈਂ ਕਿਹਾ ਵੀ ਇਹ ਬੜਾ ਆਪਾਂ ਗਲਤ ਡਿਸੀਜਨ ਲਿਆ ਆ। ਦੇਖੋ, ਆਮ ਤਾਂ ਕਿ ਕੌਮ ਦੀ ਤਾਂ ਗੱਲ ਹੈਗੀ ਇਹ ਹੈ ਕਿ ਇਹਨੇ ਕਿਆ ਘਾਣ ਕਰਿਆ ਆ, ਠੀਕ ਹੈ ਜੀ। ਸਾਡਾ ਤਾਂ ਪਰਿਵਾਰ ਨਾਲ ਕਰਿਆ ਭਾਈ, ਸਾਡੇ ਤਾਂ ਪਰਿਵਾਰ ਨਾਲ ਕਰਿਆ, ਪਰ ਚਲੋ ਜੀ ਸਾਰਾ ਕੁਝ ਹੋ ਗਿਆ। ਭਾਈ ਸਾਹਿਬ ਜੀ, ਪ੍ਰਕਾਸ਼ ਸਿੰਘ ਬਾਦਲ ਜਾਂ ਉਹਨਾਂ ਦੀ ਪਾਰਟੀ ਦੇ ਵੱਡੇ ਆਗੂ ਅੱਜ ਕਿਸਾਨਾਂ ਦੇ ਮਸਲੇ ਤੇ ਵੀ ਤੁਸੀਂ ਦੇਖੋ ਘਿਰੇ ਹੋਏ ਨੇ। ਜੋ ਹਾਲਾਤ ਮੈਨੂੰ ਲੱਗਦਾ ਸਾਡੇ ਸਾਰਿਆਂ ਦੇ ਸਾਹਮਣੇ ਹੈਗੇ ਆ, ਲੋਕ ਇਹਨਾਂ ਨੂੰ ਅੱਜ ਕੱਲ੍ਹ ਮੂੰਹ ਲਾ ਕੇ ਰਾਜੀ ਨਹੀਂ ਹੈਗੇ। ਔਰ ਸ਼ਾਇਦ ਜੇ ਸੁਮੇਧ ਸੈਣੀ ਦੀ ਗੱਲ ਕਰਦੇ ਆ ਕਿ ਸੁਮੇਧ ਸੈਣੀ ਨੂੰ ਆਪਣੇ ਗੁਨਾਹ ਚੇਤੇ ਆਉਣ ਔਰ ਉਹਨੂੰ ਉਹਦੇ ਗੁਨਾਹਾਂ ਦੀ ਸਜ਼ਾ ਮਿਲੇ, ਮੈਨੂੰ ਲੱਗਦਾ ਕਿ ਜੇ ਪ੍ਰਕਾਸ਼ ਸਿੰਘ ਬਾਦਲ, ਜਿੱਦਾਂ ਤੁਸੀਂ ਆਖਿਆ ਸੀਗਾ ਕਿ ਪੰਜਾਬ ਦਾ ਜਿਹੜਾ ਨੌਜਵਾਨ ਹੈਗਾ, ਬੱਚਾ ਵੀ ਜਾਣਦਾ ਹੈਗਾ ਸੁਮੇਧ ਸੈਣੀ ਨੇ ਕੀ ਕੁਛ ਕੀਤਾ ਹੈਗਾ, ਜੇ ਬੱਚਾ ਪੰਜਾਬ ਦਾ ਜਾਣਦਾ ਹੈਗਾ ਤਾਂ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਬਾਦਲ ਜਾਂ ਹਰਸਿਮਰਤ ਬਾਦਲ ਉਹ ਕਿਉਂ ਨਹੀਂ ਜਾਣਦੇ ਹੋਣਗੇ? ਉਹ ਵੀ ਜ਼ਰੂਰ ਜਾਣਦੇ ਹੋਣਗੇ। ਪਰ ਉਹਨਾਂ ਨੇ ਪੰਜਾਬ ਦਾ DGP ਸੁਮੇਧ ਸੈਣੀ ਨੂੰ ਲਾਇਆ। ਕੁਛ ਕਹਿਣਾ ਚਾਹੁੰਦੇ ਹੋ ਅਕਾਲੀ ਲੀਡਰਸ਼ਿਪ ਨੂੰ? ਨਹੀਂ, ਮੈਂ ਹੁਣ ਇਹ ਬੇਨਤੀ ਕਰਦਾ ਜੀ, ਮੈਂ ਡਾਕਟਰ ਦਲਜੀਤ ਸਿੰਘ ਚੀਮਾ ਜੀ ਨੂੰ ਜਾ ਕੇ ਆਇਆ, ਮੈਂ ਤੇ ਮੇਰੇ ਭੈਣ ਅਸੀਂ ਜਾ ਕੇ ਆਏ ਜੀ। ਅਸੀਂ ਦੋਨੇ ਆਪਣੇ ਪਰਿਵਾਰ ਵੱਲੋਂ ਅਸੀਂ ਇਹਨਾਂ ਨੂੰ ਇੱਕ
ਆਪਣਾ ਮੈਮੋਰੈਂਡਮ ਦੇ ਆਏ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੈਂ ਦੇ ਕੇ ਆਇਆ। ਉਹਦੇ ਵਿੱਚ ਮੈਂ ਦੱਸਿਆ ਕਿ ਮੈਂ ਐਂ ਕਰਕੇ ਸਾਬਕਾ ਪ੍ਰਧਾਨ ਐਂ ਕਰਕੇ ਜੀ ਮੇਰੀ ਆਹ ਹੈਗੀ ਸਮੇਤ ਸੈਣੀ ਨੇ ਮੇਰੇ ਨਾਲ ਆਹ ਕੁਛ ਕਰਿਆ, ਮੇਰੀ ਤੁਸੀਂ ਜਿਵੇਂ ਵੀ ਹੈ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਨਾਲ ਜਾਂ ਕਿਸੇ ਪਾਸੇ ਵੀ ਮੇਰੀ ਕੋਈ ਜਾਂਚ ਏਜੰਸੀ ਦੀ ਕੋਈ ਉੱਧਰ ਨੂੰ ਮੇਰੀ ਮਦਦ ਕਰੋ। ਦੇਖੋ ਉਹ ਪੱਖ ਤਾਂ ਹੁਣ ਪਾਰਟੀ ਦੱਸ ਸਕਦੀ ਜੀ, ਇਹ ਬੜੇ ਪੱਖ ਆ, ਪਰ ਮੈਨੂੰ ਇਹਨਾਂ ਨੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਮਤਲਬ ਕਿਹਾ ਹੈ ਕਿ ਕੋਈ ਗੱਲ ਨਹੀਂ, ਅਸੀਂ ਤੇਰੇ ਨਾਲ ਖੜੇ ਹਾਂ, ਕੋਈ ਗੱਲ ਨਹੀਂ ਹੈਗੀ। ਅੱਗੇ ਪੱਖ ਇਹਨਾਂ ਦਾ ਹੋਏਗਾ ਜੀ। ਅਤੇ ਦੂਸਰੀ ਗੱਲ ਅੱਗੇ ਜੋ ਵੀ ਹੈਗਾ, ਦੇਖੋ ਮੈਂ ਤਾਂ ਲੜਾਈ ਲੜ ਰਿਹਾ ਹਾਂ, ਠੀਕ ਹੈ ਜੀ, ਆਪਦੀਆਂ ਲੱਤਾਂ ਦੇ ਵਜਨ ਨਾਲ ਲੜਾਈ ਲੜ ਹੋਣੀ ਹੈ ਜੀ, ਠੀਕ ਹੈ ਜੀ। ਦੂਸਰੀ ਗੱਲ ਇਹ ਹੈ ਆਪੇ ਪਤਾ ਲੱਗ ਜਾਏਗਾ ਜੀ ਕੌਣ ਖੜਦਾ ਆ ਕੌਣ ਨਹੀਂ ਖੜਦਾ, ਕਲੀਅਰ ਪੱਖ ਆਪ ਹੋਣਗੇ। ਜਿਹੜਾ ਹੁਣ ਗੱਲ ਆ ਗਈ ਜੀ, ਹੁਣ ਜਦ ਮੈਂ ਤੁਹਾਨੂੰ ਕਲੀਅਰ ਦੱਸਿਆ ਇੱਕ ਡਰ ਦਾ ਮਾਹੌਲ, ਇੱਕ ਸਿਸਟਮ ਦਾ ਮਾਹੌਲ ਇਹੋ ਜਿਹਾ ਸਾਡੇ ਪਰ ਹੋਇਆ ਕਿ ਹੁਣ ਆ ਮੁਲਤਾਨੀ ਵਾਲੇ ਕੇਸ ਦੇਖ ਕੇ ਮੈਨੂੰ ਉਹ ਚੀਜ਼ ਦਾ ਬਲ ਮਿਲਿਆ ਆ। ਹੁਣ ਜੇ ਬਲ ਮਿਲਿਆ ਇਹ ਤਾਂ ਮੈਂ ਪਿੱਛੇ ਨਹੀਂ ਹੈ ਕਿ ਕੋਈ ਮਤਲਬ ਕੋਈ ਪਾਰਟੀ ਮੈਨੂੰ ਕਿਸੇ ਤਰੀਕੇ ਕੋਈ ਹੋਵੇ ਕੁਛ ਵੀ ਹੋਣ ਦੇ ਬਾਵਜੂਦ ਮੈਂ ਆਪਣੀ ਲੜਾਈ ਕਾਨੂੰਨ ਦੇ ਦਾਇਰੇ ਦੇ ਵਿੱਚ ਉਹਦੇ ਵਿੱਚ ਲੜੂੰਗਾ। ਅਤੇ ਮਹਾਰਾਜ ਦੀ ਕਿਰਪਾ ਨਾਲ ਸਾਰੇ ਵੀਰਾਂ ਦੀ, ਤੁਹਾਡੇ ਸਾਰੇ ਦਰਸ਼ਕਾਂ ਦੀ ਅਰਦਾਸ ਦੇ ਨਾਲ ਇਹ ਤੁਹਾਡੇ ਸਾਹਮਣੇ ਕੇਸ ਵੀ ਖੁੱਲ੍ਹੇਗਾ ਅਤੇ ਕੇਸ ਖੁੱਲ੍ਹਣ ਦੇ ਨਾਲ ਇਹਦੇ ਨਾਲ ਨਵੀਆਂ ਪਰਤਾਂ ਨਿਕਲਣਗੀਆਂ, ਅੱਗੇ ਹੋਰਾਂ ਨੂੰ ਬਲ ਮਿਲੇਗਾ। ਮੈਂ ਇੱਕ ਹੋਰ ਤੁਹਾਡੇ ਚੈਨਲ ਨਾਲ ਨਾ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਮੇਰੇ ਵੀਰ ਭਰਾ ਜਿਨ੍ਹਾਂ ਨਾਲ ਇਹ ਧੱਕੇ ਹੋਏ ਆ, ਦੇਖੋ ਇੱਕ ਡਰ ਦੀ ਮੈਂ ਤੁਹਾਨੂੰ ਗੱਲ ਦੱਸਦਾ ਹਾਂ। ਡਰ ਦਾ ਇੱਕ ਹੈ ਕਿ ਜਿੰਨੀ ਦੇਰ ਤੁਸੀਂ ਡਰਦੇ ਆ ਤੁਹਾਨੂੰ ਡਰਾਉਂਦੇ ਆ। ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਡਰ ਦਾ ਤੁਸੀਂ ਆਪ ਦਾ ਮਾਹੌਲ ਚੱਕ ਕੇ ਖੁੱਲ੍ਹ ਕੇ ਅੱਗੇ ਆਓ, ਖੁੱਲ੍ਹ ਕੇ, ਹਾਂਜੀ ਖੁੱਲ੍ਹ ਕੇ ਅੱਗੇ ਆਓ, ਖੁੱਲ੍ਹ ਕੇ ਤੁਸੀਂ ਦੱਸੋ। ਪਰ ਇੱਕ ਗੱਲ ਨਾਲ ਮੈਂ ਹੋਰ ਵੀ ਮੈਂਸ਼ਨ ਕਰਦਾ ਕਿ ਆਹ ਜਿਹੜੀ ਹੁਣ ਅਰੈਸਟ ਸਟੇ ਹੋਈ ਹੈ, ਬਹੁਤ ਨੇ ਮਤਲਬ ਸਿਰ ਕੱਢਿਆ, ਇਹੋ ਜਿਹੀ ਗੱਲ ਨਹੀਂ, ਬੜਿਆਂ ਨੇ ਨਿਕਲੇ ਪਰ ਉਹਨਾਂ ਦੇ ਹੌਸਲੇ ਫੇਰ ਪਸਤ ਹੋਏ ਆ, ਇਹੋ ਜਿਹੀ ਗੱਲ ਨਹੀਂ, ਉਹਨਾਂ ਨਾਲ ਪਸਤ ਹੋਏ, ਉਹਨਾਂ ਨੂੰ ਡਬਲ ਸੋਚਣ ਲੱਗ ਗਏ ਕਿ ਕਿਆ ਪਤਾ ਇਹਨੂੰ ਕਿ ਧਾਰ ਨੂੰ ਖੁੰਡਾ ਕਰਿਆ ਹੈ ਜਾਂ ਕੁਛ ਵੀ ਕਰਿਆ ਆ, ਮਤਲਬ ਉਹਨਾਂ ਦੇ ਕਿਤੇ ਨਾ ਕਿਤੇ ਇਹ ਚੀਜ਼ ਹੋਈ ਹੈ। ਪਰ ਫਿਰ ਵੀ ਮੈਂ ਕਹਿੰਦਾ ਲੜਾਈ ਦੇਖੋ ਉਹਨਾਂ ਨੇ ਕਿੱਥੇ ਤੋਂ ਲੜੀ ਹੈ, ਕਿਵੇਂ ਲੜੀ ਹੈ। ਲੜਾਈ ਹਰ ਇੱਕ ਬੰਦਾ ਲੜ ਸਕਦਾ, ਜਿੱਤਾਂ ਹਾਰਾਂ ਬਾਅਦ ਦੀ ਗੱਲ ਹੈ ਜੀ, ਇੱਕ ਲੜਾਈ 'ਚ ਤੁਸੀਂ ਮੈਦਾਨ 'ਚ ਤਾਂ ਆਓ ਨਾ। ਜੀ ਭਾਈ ਸਾਹਿਬ ਨੇ ਜਿੰਨੇ ਵੀ ਸੁਮੇਧ ਸੈਣੀ ਦੇ ਜ਼ੁਲਮਾਂ ਦੇ ਸਤਾਏ ਹੋਏ ਲੋਕ ਨੇ ਪੰਜਾਬ ਦੇ, ਚਾਹੇ ਦੁਨੀਆ ਦੇ ਕਿਸੇ ਕੋਨੇ 'ਚ ਵੀ ਬੈਠੇ ਹੈਗੇ, ਇਹਨਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਜੇ ਤੁਹਾਡੇ ਨਾਲ ਸੁਮੇਧ ਸੈਣੀ ਨੇ ਧੱਕਾ ਕੀਤਾ ਹੈਗਾ ਤੇ ਅੱਜ ਸੁਮੇਧ ਸੈਣੀ ਕੁੜਕੀ ਵਿੱਚ ਫਸ ਸਕਦਾ ਹੈ। ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਇਹਨਾਂ ਦਾ ਕਹਿਣਾ ਹੈਗਾ ਕਿ ਮੈਂ ਸੰਘਰਸ਼ ਕਰਦਾ ਰਹਾਂਗਾ, ਔਰ ਇਹਨਾਂ ਦਾ ਕਹਿਣਾ ਹੈਗਾ ਕਿ ਬਾਕੀ ਲੋਕ ਜਿਹੜੇ ਉਹਦੇ ਸਤਾਏ ਹੋਏ ਨੇ ਉਹ ਵੀ ਨਿਕਲ ਕੇ ਬਾਹਰ ਆਉਣ, ਘਰਾਂ 'ਚੋਂ ਬਾਹਰ। ਔਰ ਅੱਜ ਨਹੀਂ ਤਾਂ ਕੱਲ੍ਹ ਇਹਨਾਂ ਦਾ ਕਹਿਣਾ ਹੈਗਾ ਕਿ ਮੈਨੂੰ ਉਮੀਦ ਹੈ ਕਿ ਕੋਰਟ ਕਚਹਿਰੀਆਂ ਵਿੱਚੋਂ ਇਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ ਔਰ ਸੁਮੇਧ ਸੈਣੀ ਤੇ ਸੁਮੇਧ ਸੈਣੀ ਵਰਗੇ ਜਿਹੜੇ ਪੁਲਿਸ ਆਫੀਸਰ ਨੇ ਉਹਨਾਂ ਨੂੰ ਬਣਦੀਆਂ ਸਜ਼ਾਵਾਂ, ਉਹਨਾਂ ਦੇ ਗੁਨਾਹਾਂ ਦੀਆਂ ਸਜ਼ਾਵਾਂ ਜ਼ਰੂਰ ਮਿਲਣਗੀਆਂ। ਭਾਈ ਸਾਹਿਬ ਜੀ, ਅਖੀਰ ਦੇ ਵਿੱਚ ਜਾਂਦੇ ਜਿੰਨੇ ਵੀ ਸਾਡੇ ਦਰਸ਼ਕ ਇਨਸਾਫ ਪਸੰਦ ਲੋਕ, ਸਿੱਖ ਨੇ ਚਾਹੇ ਗੈਰ ਸਿੱਖ ਨੇ, ਜਿਨ੍ਹਾਂ ਦੇ ਅੰਦਰ ਜ਼ਮੀਰ ਜਾਗਦੀ ਆ, ਜਿਨ੍ਹਾਂ ਦੇ ਅੰਦਰ ਜਜ਼ਬਾਤ ਜਿਉਂਦੇ ਹੈਗੇ ਆ, ਜਾਂਦੇ ਉਹਨਾਂ ਨੂੰ ਕੁਛ ਕਹਿ ਜਾਓ। ਮੈਂ ਇੱਕ ਬੇਨਤੀ ਕਰਦਾ ਜੀ, ਇਹ ਕੋਈ ਕਿਸੇ ਧਰਮ ਦੀ ਇਹ ਲੜਾਈ ਨਹੀਂ ਹੈਗੀ, ਧਰਮਾਂ ਦੀਆਂ ਲੜਾਈਆਂ ਤਾਂ ਬਣਾ ਦਿੱਤੀਆਂ ਜਾਂਦੀਆਂ ਇਹ। ਤੁਸੀਂ ਕਿਤੇ ਮੈਂ ਤੁਹਾਨੂੰ ਗੁਰਮੀਤ ਦਾ ਜਿੱਦਣ ਸੰਸਕਾਰ ਹੋਇਆ ਹੈ ਉਸ ਦਿਨ ਦੀਆਂ ਫੋਟੋਆਂ ਤੁਹਾਨੂੰ ਮੈਂ ਦਿਖਾਵਾਂ, ਉਸ ਦਿਨ ਵਿੱਚ ਜਿਹੜੇ ਮੂਹਰੇ ਲਾਏ ਵੇ ਸਾਰੇ ਮੇਰੇ ਹਿੰਦੂ ਵੀਰ ਹੈ। ਇਹ ਲੜਾਈ ਇੱਕ ਜ਼ਬਰ ਦੇ ਖਿਲਾਫ ਹੈ ਜੀ, ਇੱਕ ਜ਼ੁਲਮ ਦੇ ਖਿਲਾਫ ਹੈ। ਉਹਦੇ ਵਿੱਚ ਇਹ ਨਹੀਂ ਹੈ ਕੋਈ ਹਿੰਦੂ ਹੈ ਜੀ, ਕੋਈ ਇਹ ਚੀਜ਼ਾਂ ਦਾ ਮੈਂ ਨਹੀਂ ਪੈਂਦਾ ਹੈਗਾ। ਦੇਖੋ ਇੱਕ ਜ਼ੁਲਮ ਦੇ ਖਿਲਾਫ ਹੈ, ਬੰਦਾ ਗਲਤ ਹੈ, ਕੋਈ ਵੀ ਹੋ ਸਕਦਾ ਹੈ, ਕੋਈ ਹੋ ਸਕਦਾ। ਮੈਂ ਸਰਜੀਤ ਗਰੇਵਾਲ ਦੀ ਗੱਲ ਕਰਦਾ ਜੀ, ਸ਼ਕਲੋਂ ਸੂਰਤੋਂ ਤਾਂ ਉਹ ਤੁਸੀਂ ਵੀ ਲਾ ਸਕਦੇ ਕਿ ਕਿਆ ਆ ਜੀ। ਇਹ ਮਤਲਬ ਇਹਦੇ ਵਿੱਚ ਉਹ ਨਹੀਂ ਹੈ, ਇਹਦੇ ਵਿੱਚ ਕੋਈ ਗੱਲ ਨਹੀਂ। ਇਨਸਾਫ ਪਸੰਦ ਲੋਕ ਹੈ, ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ। ਇਹ ਹੁਣ ਅਸੀਂ ਲਾ ਸਕਦੇ ਜੀ ਕਿ ਇੱਥੇ ਤੁਹਾਡੇ ਲੁਧਿਆਣੇ ਦਾ ਹੀ ਕੇਸ ਸ਼ਾਇਦ ਕੋਈ ਕਿਹੜੀ ਮੋਟਰ ਸੀ ਸੁਮੇਧ ਸੈਣੀ ਨੇ ਜਿਹੜਾ ਉਹ ਕਰਿਆ ਸੀ, ਉਹ ਜੇ ਆਪਾਂ ਉਹ ਧਰਮਾਂ 'ਚ ਤਾਂ ਪੈਣਾ ਹੀ ਨਹੀਂ ਜੀ। ਸੈਣੀ ਮੋਟਰ ਆਪਾਂ ਧਰਮਾਂ 'ਚ ਆਪਾਂ ਉਹਦੇ 'ਚ ਤਾਂ ਪੈ ਹੀ ਨਹੀਂ ਰਹੇ ਜੀ। ਉਹਨੇ ਕੋਈ ਇਹ ਦੇਖ ਕੇ ਨਹੀਂ ਕਰਿਆ ਜੀ, ਉਹਨਾਂ ਨੇ ਮੈਡਲਾਂ ਲਈ, ਉਹਨਾਂ ਨੇ ਆਪਣੇ ਅਫਸਰਾਂ ਨੂੰ ਖੁਸ਼ ਕਰਨ ਲਈ, ਪੈਸਿਆਂ ਲਈ ਇਹ ਕੰਮ ਕਰੇ ਆ। ਜਿਹਦਾ ਆਉਣ ਵਾਲਾ ਕਾਨੂੰਨ 'ਤੇ ਮੈਨੂੰ ਪੂਰਾ ਭਰੋਸਾ ਆ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਲੜਾਈ ਲੜਾਂਗੇ ਵੀ, ਅਤੇ ਮਹਾਰਾਜ ਦੀ ਕਿਰਪਾ ਨਾਲ ਸਾਰੇ ਵੀਰਾਂ ਦੀ ਅਰਦਾਸ ਨਾਲ ਅਸੀਂ
ਸਾਡੇ ਚੜ੍ਹਦੀ ਕਲਾ ਵੀ ਬਹੁਤ ਹੋਏਗੀ। ਜ਼ਰੂਰ ਭਾਈ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਮਨ ਦਾ ਜਿਹੜਾ ਦਰਦ ਹੈਗਾ ਉਹ ਸਾਡੇ ਦਰਸ਼ਕਾਂ ਨਾਲ ਸਾਂਝ ਕੀਤਾ। ਆਸ ਕਰਦੇ ਹਾਂ ਕਿ ਅੱਜ ਨਹੀਂ ਤੇ ਕੱਲ੍ਹ ਤੁਹਾਨੂੰ ਜਿਹੜੀ ਆ ਤੁਹਾਨੂੰ ਇਨਸਾਫ ਜ਼ਰੂਰ ਮਿਲੇ, ਇਹੀ ਆਸ ਕਰ ਸਕਦੇ ਹਾਂ ਜੀ। ਸੋ ਦੋਸਤੋ, ਤੁਸੀਂ ਸੁਣੀ ਲੰਮੀ ਚੌੜੀ ਦਾਸਤਾਨ, ਦੁੱਖਾਂ ਭਰੀ ਦਾਸਤਾਨ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਗੁੱਡਵਿਲ, ਪੱਕਾ ਬਾਗ, ਰੋਪੜ ਵਾਲਿਆਂ ਦਾ।